ਕਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਹਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟਿਐ। ਮਿਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕਟਿਐ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਾਚੋ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਸੁਧ ਪਰਸਰੀ ਪੁਰਗਰਾਮ ਮਹਿ ਗੁਰ ਅਨੰਦਪੁਰ ਆਏ। ਸ਼ਤਰਨ ਕੇ ਚਿੰਤਾ ਬਦੀ ਸਿੱਖਨ ਸੁਨ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਸਰਵਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਕਥਾ ਆਪਾਂ ਲੜੀਵਾਰ ਸਰਵਨ ਕਰ ਰਹੇ ਹਾਂ। ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਪਾਉਂਟਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਉਣ ਵਾਸਤੇ ਕੀਰਤਪੁਰ ਸਾਹਿਬ ਆ ਕੇ ਰੁਕੇ। ਇੱਥੋਂ ਸਤਿਗੁਰੂ ਜੀ ਚੱਲ ਕੇ ਫਿਰ ਅਨੰਦਪੁਰ ਸਾਹਿਬ ਪਹੁੰਚੇ। ਸੰਗਤਾਂ ਨੇ ਸਤਿਗੁਰਾਂ ਦੇ ਜੀ ਆਇਆਂ ਕਹਿਣ ਵਾਸਤੇ ਦਰਵਾਜ਼ੇ 'ਤੇ ਖਲੋਤੀਆਂ। ਇਹ ਪ੍ਰਸੰਗ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ। ਆਓ ਬੜੀ ਭਾਵਨਾ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਧ ਪਸਰੀ ਪੁਰਗਰਾਮ ਮਹਿ ਗੁਰ ਅਨੰਦਪੁਰ ਆਏ। ਇਹ ਖਬਰ ਸਾਰਿਆਂ ਵਿੱਚ ਫੈਲ ਗਈ ਹੈ ਕਿ ਸਤਿਗੁਰੂ ਜੀ ਪਾਉਂਟਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਆ ਗਏ ਹਨ। ਸ਼ਤਨ ਕੇ ਚਿੰਤਾ ਬਧੀ ਸਿੱਖਨ ਸੁਨ ਸੁਖ ਪਾਏ। ਕਹਿਣ ਲੱਗੇ ਜਿਹੜੇ ਦੁਸ਼ਮਣ ਨੇ ਉਹ ਚਿੰਤਤ ਹੋ ਗਏ। ਮਹਾਰਾਜ ਨੇੜੇ ਆ ਗਏ ਨੇ। ਜਿਹੜੇ ਸਿੱਖ ਨੇ ਉਹ ਸੁਣ ਕੇ ਬੜੇ ਖੁਸ਼ ਹੋਏ ਹਨ। ਸਵਈਆ ਆਨ ਵਸੇ ਕਹਿਲੂਰ ਸੋ ਦੇਸ਼ ਅਸ਼ੇਸ਼ ਜਹਾਂ ਸੁਖਰੂਰ ਵਿਸਾਲਾ। ਸਤਿਗੁਰੂ ਪਾਤਸ਼ਾਹ ਜੀ ਇਹ ਜੋ ਕਹਿਲੂਰ ਰਾਜ ਦੀ ਰਿਆਸਤ ਹੈ, ਉਸ ਰਿਆਸਤ ਦੇ ਅੰਦਰ ਮਹਾਰਾਜ ਜੀ ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਵਸੇ ਨੇ। ਸੋ ਕਹਿਣ ਲੱਗੇ ਇੱਥੇ ਬੇਅੰਤ ਸੁੱਖ ਜਿਹੜੇ ਨੇ ਉਹ ਪਾਤਸ਼ਾਹ ਨੇ ਪ੍ਰਾਪਤ ਕੀਤੇ ਹਨ। ਸਤੋ ਦਰਵ ਕੀ ਸਰਤਾ ਬਰਕੂਲ ਸੋ ਨੀਰ ਗਹੀਰ ਸਦਾ ਜਿਸ ਚਾਲਾ। ਇੱਥੇ ਸਤਲੁਜ ਨਦੀ ਦਾ ਸੋਹਣਾ ਜਿਹੜਾ ਜਲ ਹੈ ਬੜਾ ਉਜਲ ਸਾਫ਼ ਅਤੇ ਬੜੀ ਡੂੰਘੀ ਇਹ ਨਦੀ ਹੈ। ਬੜਾ ਸਾਫ਼ ਇਸ ਦਾ ਪਾਣੀ ਚੱਲਦਾ ਹੈ। ਸੈਲ ਉਤੰਗ ਦਿਸ਼ਾ ਦੂਸਰੀ ਕਰਵੇ ਹਿਤ ਸੈਲ ਮਹਾ ਸ਼ਬ ਵਾਲਾ। ਕਹਿਣ ਲੱਗੇ ਇੱਕ ਪਾਸੇ ਸਤਲੁਜ ਦਰਿਆ ਹੈ, ਦੂਜੇ ਪਾਸੇ ਉੱਚੇ ਉੱਚੇ ਪਹਾੜ ਨੇ ਬੜੇ ਸੋਹਣੇ। ਜਿਨ੍ਹਾਂ ਪਹਾੜਾਂ ਦੀ ਸੈਰ ਜਿਹੜੀ ਹੈ ਉਹ ਬਹੁਤ ਸੁੰਦਰ ਹੈ। ਬੜੇ ਸ਼ੋਭਾ ਵਾਲੇ ਸੁੰਦਰ ਪਹਾੜ ਹਨ। ਚੰਡ ਪ੍ਰਚੰਡ ਕੋ ਨੈਣ ਸਥੰਡਲ ਦੀਨ ਅਖੰਡਲ ਕੋ ਸੁਰਸਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਸ ਜਗ੍ਹਾ 'ਤੇ ਬਿਰਾਜੇ ਨੇ ਇਹਦੇ ਨਾਲ ਨਾਲ ਬੜੀਆਂ ਉੱਚੀਆਂ ਪਹਾੜੀਆਂ ਨੇ। ਉਹਨਾਂ ਪਹਾੜੀਆਂ 'ਤੇ ਕਈ ਦੇਵੀ ਦੇਵਤਿਆਂ ਦੇ ਮੰਦਰ ਹਨ। ਕੀਰਤ ਕੋ ਵਿਸਤੀਰਤ ਹੈ ਗਨ ਸੈਲਪਤੀ ਸਭ ਜੀਤ ਲਏ। ਸਤਿਗੁਰੂ ਪਾਤਸ਼ਾਹ ਦੀ ਕੀਰਤੀ ਵਡਿਆਈ ਫੈਲ ਗਈ ਹੈ ਕਿ ਮਹਾਰਾਜ ਨੇ ਸਾਰੇ ਜਿਹੜੇ ਪਹਾੜੀ ਰਾਜੇ ਨੇ ਉਹ ਜਿੱਤ ਲਏ ਹਨ। ਲੋਕ ਬਸਾਵਤ ਹੈ ਪੁਰ ਆਨੰਦ ਦਾਨ ਕੋ ਦੇਤ ਹੈ ਮਾਨ ਕਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਐਸੀ ਕਿਰਪਾ ਕੀਤੀ ਹੈ। ਅਨੰਦਪੁਰ ਸਾਹਿਬ ਆ ਕੇ
ਬੇਅੰਤ ਸੰਗਤਾਂ ਨੂੰ ਦਾਨ ਦਿੰਦੇ ਹਨ, ਸੰਗਤਾਂ ਨੂੰ ਮਾਨ ਬਖਸ਼ਿਸ਼ ਕਰਦੇ ਹਨ। ਜੋ ਗੁਰਵੰਤ ਉਚਾਰਤ ਹੈ ਜਸ ਬਾਂਸ਼ਤ ਸੋ ਧਨ ਲੇਤ ਭਏ। ਜਿਹੜਾ ਸਤਿਗੁਰਾਂ ਦਾ ਜਸ ਕਰਦਾ ਹੈ ਮਹਾਰਾਜ ਕੋਲੋਂ ਮਨ ਬਾਂਛਤ ਧਨ ਪ੍ਰਾਪਤ ਕਰਦਾ ਹੈ। ਦੂਰ ਤੇ ਆਵਤ ਛੰਦ ਸੁਨਾਵਤ ਪਾਵਤ ਦਰਬ ਦਰਿਦਰ ਹੈ। ਦੂਰੋਂ ਦੂਰੋਂ ਆਉਂਦੇ ਨੇ ਮੰਗਤੇ, ਆ ਕੇ ਛੰਦ ਸੁਣਾਉਂਦੇ ਨੇ, ਕਵਿਤਾਵਾਂ ਸੁਣਾਉਂਦੇ ਨੇ, ਛੰਦ ਸਵਈਏ ਸੁਣਾ ਕੇ ਮਹਾਰਾਜ ਨੂੰ ਖੁਸ਼ ਕਰਦੇ ਨੇ। ਬੇਅੰਤ ਧਨ ਮਹਾਰਾਜ ਕੋਲੋਂ ਲੈਂਦੇ ਨੇ, ਆਪਣੇ ਦਰਿਦਰ ਆਪਣੀ ਗਰੀਬੀ ਦੂਰ ਕਰਦੇ ਹਨ। ਪੀਰ ਅਨੇਕ ਘਣੀ ਪੁਰ ਆਨੰਦ ਆਨ ਦੁਕਾਨ ਕਰੇ ਵਿਵਹਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਦੇ ਆਉਣ ਕਰਕੇ ਸੰਗਤ ਵੱਧ ਗਈ ਹੈ। ਸੰਗਤ ਦੇ ਵਧਣ ਕਰਕੇ ਦੂਰੋਂ ਦੂਰੋਂ ਜਿਹੜੇ ਬਾਣੀਏ ਨੇ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਵਾਸਤੇ, ਵਪਾਰ ਕਰਨ ਵਾਸਤੇ ਆਪੋ ਆਪਣੀਆਂ ਹੱਟੀਆਂ ਬਣਾ ਕੇ ਬੈਠੇ ਹਨ। ਅੰਬਰਲੇ ਪਸ਼ਮੰਬਰ ਕੋ ਗਨ ਬ੍ਰਿੰਦ ਪਟੰਬਰ ਕੇਰ ਅੰਬਰ। ਕਿਸੇ ਨੇ ਆਪਣੀ ਦੁਕਾਨ ਦੇ ਵਿੱਚ ਪਸ਼ਮੀਨੇ ਦੇ ਕੱਪੜੇ ਰੱਖੇ ਨੇ, ਕਿਸੇ ਨੇ ਰੇਸ਼ਮ ਦੇ ਰੱਖਣੇ। ਰੇਸ਼ਮ ਦੇ ਕੱਪੜਿਆਂ ਦੇ ਢੇਰ ਲੱਗੇ ਹੋਏ ਦੁਕਾਨਾਂ ਦੇ ਅੰਦਰ। ਇਸੇ ਤਰ੍ਹਾਂ ਕਹਿ ਲਈਏ ਪਸ਼ਮੀਨੇ ਦੇ ਕੱਪੜਿਆਂ ਦੇ ਢੇਰ ਲੱਗੇ ਹੋਏ ਦੁਕਾਨਾਂ ਦੇ ਅੰਦਰ। ਐਸੇ ਵੱਡੇ ਵੱਡੇ ਦੁਕਾਨਦਾਰ ਜਿਹੜੇ ਨੇ, ਵੱਡੇ ਸੇਠ, ਵੱਡੀਆਂ ਦੁਕਾਨਾਂ ਖੋਲ੍ਹ ਕੇ ਬਹੁਤਾ ਸਾਜੋ ਸਮਾਨ ਇਕੱਠਾ ਕਰਕੇ ਬੈਠੇ ਹਨ। ਬੈਠ ਸਰਾਪ ਸੋ ਥਾਤਨ ਲੈ ਰਜਤੰ ਗਨ ਕੰਚਨ ਕੀਨ ਵਪਾਰਾ। ਕਹਿਣ ਲੱਗੇ ਕਿਸੇ ਨੇ ਸੋਨੇ ਦਾ ਵਪਾਰ ਕਰਨ ਵਾਸਤੇ ਕੋਈ ਸੁਨਿਆਰਾ ਬੈਠ ਗਿਆ ਆ ਕੇ। ਇਸੇ ਤਰ੍ਹਾਂ ਕੋਈ ਹੀਰਿਆਂ ਦਾ ਵਪਾਰ ਕਰਨ ਵਾਲਾ ਉਹ ਬੈਠ ਗਿਆ ਦੁਕਾਨ ਲਾ ਕੇ। ਆਪੋ ਆਪਣੇ ਟਿਕਾਣਿਆਂ 'ਤੇ ਸਾਰੇ ਬੈਠੇ ਨੇ, ਧਨ ਦੀਆਂ ਥੈਲੀਆਂ ਲੈ ਲੈ ਕੇ ਬਹੁਤਾ ਧਨ ਲੈ ਕੇ ਬੈਠੇ ਹਨ। ਭੁਖਨ ਬ੍ਰਿੰਦ ਧਰੇ ਤਨ ਮੈਂ ਪਹਿਰੇ ਬਰ ਚੀਰ ਵਸਿਓ ਪੁਰਸਾਰਾ। ਕਹਿਣ ਲੱਗੇ ਇੱਥੋਂ ਦੇ ਲੋਕਾਂ ਨੇ ਬੜੇ ਸੋਹਣੇ ਸਰੀਰ ਦੇ ਕੱਪੜੇ ਪਹਿਨੇ ਨੇ, ਬੜੇ ਸੋਹਣੇ ਗਹਿਣੇ ਪਹਿਨੇ ਨੇ। ਉਹਦਾ ਕਾਰਨ ਇਹ ਹੈ, ਇਹ ਨਗਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਇੱਥੋਂ ਦੇ ਲੋਕ ਦੇਵਤਿਆਂ ਦੇ ਵਾਂਗ ਬੜੀ ਸ਼ੋਭਾ ਪਾ ਰਹੇ, ਬੜੇ ਸੋਹਣੇ ਲੱਗਦੇ, ਐਸੀ ਸ਼ੋਭਾ ਦੇ ਸਮੇਤ ਹਨ। ਸ਼੍ਰੀ ਪ੍ਰਭਨੀਤ ਵਿਚਾਰ ਹਿਰਦੇ ਮੈਂ ਕੀਨ ਕਿਲਾ ਚਿਨਵਾਵਨ ਕੋ। ਸਤਿਗੁਰੂ ਪਾਤਸ਼ਾਹ ਨੇ ਵਿਚਾਰ ਕਰਕੇ ਵੀ ਹੁਣ ਜੰਗ ਦੇ ਸਮੇਂ ਬਣ ਸਕਦੇ, ਅੱਗੇ ਵਾਸਤੇ ਵੀ ਜੰਗ ਕਰਨ ਵਾਸਤੇ ਕਿਲਾ ਬੜਾ ਜ਼ਰੂਰੀ ਹੈ। ਸਤਿਗੁਰਾਂ ਨੇ ਕਹਿ ਕੇ ਫਿਰ ਕਿਲੇ ਬਣਾਉਣੇ ਸ਼ੁਰੂ ਕੀਤੇ ਹਨ। ਮੋਰਚੇ ਬ੍ਰਿੰਦ ਰਖੇ ਹਤਵੇ ਕੋ ਆਵਤ ਸ਼ਤਰਨ ਘਾਵਨ ਕੋ। ਇਹਨਾਂ ਕਿਲਿਆਂ ਦੇ ਵਿੱਚ ਬਹੁਤ ਜ਼ਿਆਦਾ ਮੋਰਚੇ ਰੱਖੇ ਗਏ, ਜਿੱਥੇ ਬੈਠ ਕੇ ਸੂਰਮੇ ਬੰਦੂਕ ਵਿੱਚੋਂ ਗੋਲੀਆਂ ਚਲਾਉਣਗੇ, ਦੁਸ਼ਮਣ ਨੂੰ ਮਾਰ ਦੇਣਗੇ। ਅੱਜ ਵੀ ਤੁਸੀਂ ਜਾਂਦੇ ਹੋ ਨਾ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ, ਤੇ ਆਨੰਦਗੜ੍ਹ ਦਾ ਕਿਲਾ ਜਿਹੜਾ ਕੇਸਗੜ੍ਹ ਦੇ ਬਿਲਕੁਲ ਹੀ ਕੋਲ ਹੈ, ਉਹਦੇ ਵਿੱਚ ਕਿੰਨੇ ਮੋਰਚੇ ਬਣੇ ਹੋਏ, ਕਿੰਨੇ ਉਹਦੇ ਵਿੱਚ ਰੱਖੇ ਹੋਏ ਨੇ ਸੁਰਾਖ ਤੱਕ ਕੇ ਵੈਰੀ ਨੂੰ ਮਾਰਨ ਵਾਸਤੇ। ਐਸੇ ਕਿਲੇ ਜਿਨ੍ਹਾਂ ਵਿੱਚ ਬੈਠ ਕੇ ਜੰਗ ਲੜਿਆ ਜਾਵੇ, ਦੁਸ਼ਮਣ ਨੂੰ ਮਾਰਿਆ ਜਾਵੇ, ਮਹਾਰਾਜ ਬਣਾਉਂਦੇ ਪਏ ਹਨ। ਕੋਟ ਮਹਾਨ ਦ੍ਰਿੜ ਪਾਹਨ ਕੋ ਕਰ ਬੀਚ ਭਲੇ ਲਰਵਾਵਨ ਕੋ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਪਹਾੜਾਂ ਦੇ ਵਿੱਚ ਬੜੇ ਸੋਹਣੇ ਬਣਾਉਂਦੇ ਪਏ ਕਿਲੇ। ਇਹਨਾਂ ਕਿਲਿਆਂ ਦੇ ਵਿੱਚ ਵੱਡੇ ਵੱਡੇ ਪਹਿਲਵਾਨਾਂ ਨੂੰ ਮਹਾਰਾਜ ਢੇਰੀ ਕਰਾਉਣਗੇ ਆਪਣੇ ਸੂਰਮਿਆਂ ਦੇ ਕੋਲੋਂ। ਕੇਸਰੀ ਚੰਦ ਵਰਗਿਆਂ ਦੇ ਇੱਥੇ ਸਿਰ ਵੱਢੇ ਜਾਣਗੇ, ਤੇ ਮਸਤ ਹਾਥੀ ਜਿਹੜੇ ਨੇ ਉਹਨਾਂ ਦੇ ਸਿਰ ਪਾੜੇ ਜਾਣਗੇ ਨਾਗਨੀਆਂ ਮਾਰ ਕੇ। ਐਸਾ ਵੱਡੇ ਵੱਡੇ ਤਾਕਤ ਵਾਲਿਆਂ ਨੂੰ ਢੇਰੀ ਕਰਨਾ ਹੈ। ਸਿੰਘ ਸੁਪੌਰ ਰਚਿਓ ਉੱਚ ਠੌਰੈ ਚੌਰ ਵਿਸਾਲ ਸੁਹਾਵਨ ਕੋ। ਸਤਿਗੁਰੂ ਪਾਤਸ਼ਾਹ ਨੇ ਸਿੰਘ ਪੌਰ ਹੁੰਦਾ ਗੁਰਮੁਖੋ ਮੁੱਖ ਦਰਵਾਜ਼ਾ। ਇਹਨਾਂ ਕਿਲਿਆਂ ਦੇ ਜਿਹੜੇ ਮੁੱਖ ਦਰਵਾਜ਼ੇ ਬੜੇ ਉੱਚੇ ਨੇ, ਤਾਂ ਕਿ ਬੰਦਾ ਘੋੜੇ 'ਤੇ ਚੜ੍ਹਿਆ ਚੜ੍ਹਾਇਆ ਭੱਜ ਕੇ ਅੰਦਰ ਬਾਹਰ ਜਾ ਸਕੇ। ਮੁੱਖ ਦਰਵਾਜ਼ੇ ਕਿਲਿਆਂ ਦੇ ਬੜੇ ਉੱਚੇ ਉੱਚੇ ਰੱਖੇ, ਬੜੇ ਸੋਹਣੇ ਅਤੇ ਬੜੇ ਚੌੜੇ ਦਰਵਾਜ਼ੇ ਰੱਖੇ ਹਨ, ਜਿਨ੍ਹਾਂ ਦੇ ਵਿੱਚੋਂ ਦੀ ਫੌਜਾਂ ਸਾਜੋ ਸਮਾਨ ਲੈ ਕੇ ਇੱਧਰ ਉੱਧਰ ਨੂੰ ਛੇਤੀ ਦੇ ਨਾਲ ਜਾ ਸਕਣ। ਵੀਰ ਫਰੈਂ ਬੜ ਬਾਹਨ ਕੋ ਬਲ ਬਾਹਨ ਬ੍ਰਿੰਦ ਤੁਰੰਗ ਤਵੇਲੇ। ਇੱਥੇ ਮਹਾਰਾਜ ਦੇ ਸੂਰਮੇ ਕਹਿਣ ਲੱਗੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਬਹੁਤ ਬਲ ਹੈ, ਉਹਨਾਂ ਕੋਲ ਬੇਅੰਤ ਘੋੜੇ ਤੇ ਘੋੜਿਆਂ ਨੂੰ ਸਾਂਭਣ ਵਾਸਤੇ ਬੇਅੰਤ ਤਬੇਲੇ ਮਹਾਰਾਜ ਨੇ ਬਣਵਾਏ, ਤੇ ਮਹਾਰਾਜ ਦੇ ਸੂਰਮੇ ਇੱਧਰ ਉੱਧਰ ਨੂੰ ਫਿਰਦੇ ਹਨ। ਆਯੁਧ ਸੁੰਦਰ ਕੋ ਕਰ ਧਾਰਤ ਪੌਸ਼ਿਸ਼ ਸੂਖਮ ਅੰਗਨ ਮੇਲੇ। ਮਹਾਰਾਜ ਜੀਆਂ ਦੇ ਸੂਰਮੇ ਬੜੇ ਸੋਹਣੇ ਸ਼ਸਤਰ ਸਜਾਉਂਦੇ ਨੇ, ਤੇ ਬੜੇ ਹੀ ਸੋਹਣੇ ਬਰੀਕ ਕੱਪੜੇ ਤਣ ਦੇ ਉੱਪਰ ਪਾ ਕੇ, ਤੇ ਕਹਿਣ ਲੱਗੇ ਇਸ ਤਰ੍ਹਾਂ ਉਹਨਾਂ ਕੱਪੜਿਆਂ ਦੀ ਇੱਕ ਦੂਜੇ ਦੇ ਨਾਲ ਫਿਰ
ਬਨਾਵਟ ਮਲਾਈ ਜਾਂਦੀ ਹੈ, ਐਸੇ ਸੁੰਦਰ ਕੱਪੜੇ ਪਹਿਨਦੇ ਹਨ। ਜੀਨ ਜਰੀ ਬਰ ਜੇਬ ਜਗਾਮਗ ਜੋ ਭਟ ਆਏ ਤੋ ਰਾਖ ਸੁਹੇਲੇ। ਮਹਾਰਾਜ ਜੀ ਆਪਣੇ ਕੋਲੋਂ ਘੋੜਿਆਂ ਨੂੰ ਮਹਿੰਗੀਆਂ ਮਹਿੰਗੀਆਂ ਕਾਠੀਆਂ ਬਖਸ਼ਿਸ਼ ਕਰਦੇ। ਜੇ ਕੋਈ ਸੂਰਮਾ ਘੋੜਾ ਮੰਗਦਾ, ਮਹਾਰਾਜ ਘੋੜਾ ਹੈ ਨਹੀਂ, ਉਹਨੂੰ ਘੋੜਾ ਦਿੱਤਾ ਜਾਂਦਾ। ਕੋਈ ਮੰਗਦਾ ਮਹਾਰਾਜ ਮੇਰੇ ਘੋੜੇ 'ਤੇ ਕਾਠੀ ਚੰਗੀ ਨਹੀਂ ਹੈ, ਉਹਨੂੰ ਕਾਠੀ ਦਿੱਤੀ ਜਾਂਦੀ ਹੈ। ਕਹਿਣ ਲੱਗੇ ਮਹਾਰਾਜ ਦੇ ਸੂਰਮਿਆਂ ਦੇ ਘੋੜਿਆਂ ਦੀਆਂ ਜਿਹੜੀਆਂ ਕਾਠੀਆਂ ਨੇ ਨਾ ਗੁਰਮੁਖੋ, ਇਹਨਾਂ ਦੇ ਉੱਪਰ ਵੀ ਜਰੀਦਾਰ ਕਢਾਈ ਕੀਤੀ ਹੋਈ ਹੈ, ਤੇ ਉਹ ਨਿੱਕੇ ਨਿੱਕੇ ਲੱਗੇ ਹੋਏ ਮੋਤੀ ਜਿਹੜੇ ਨੇ ਚਮਕਦੇ ਸੁਭਾ ਪਾਉਂਦੇ ਹਨ। ਸੈਨ ਬਿਰਧਾਵਤ ਸੰਗਰ ਪਾਵਤ ਬੋਲਤ ਹੈ ਉਤਸ਼ਾਹਨ ਲੈ ਲੈ। ਮਹਾਰਾਜ ਜੀ ਆਪਣੀ ਫੌਜ ਵਧਾਉਂਦੇ ਪਏ, ਕਾਹਦੇ ਵਾਸਤੇ? ਜੰਗ ਕਰਨੇ ਨੇ। ਸੂਰਮੇ ਕਹਿ ਰਹੇ ਮਹਾਰਾਜ ਫੌਜ ਵੱਧ ਗਈ ਹੈ, ਜੰਗ ਵੀ ਕਰੀਏ। ਸੈਨ ਵਧਾਵਤ, ਫੌਜ ਨੂੰ ਵਧਾਉਂਦੇ ਪਏ ਨੇ, ਗਿਣਤੀ ਵੱਧਦੀ ਜਾ ਰਹੀ ਹੈ। ਕਾਹਦੇ ਵਾਸਤੇ? ਜੰਗ ਕਰਨ ਵਾਸਤੇ। ਸੂਰਮਿਆਂ ਦੇ ਵਿੱਚ ਬੜਾ ਉਤਸ਼ਾਹ ਹੈ। ਮਹਾਰਾਜ ਕਦੋਂ ਆਗਿਆ ਦੇਵੋ ਤਾਂ ਅਸੀਂ ਇਹਨਾਂ ਦੇ ਨਾਲ ਜਾ ਕੇ ਜੰਗ ਕਰਨਾ ਕਰੀਏ। ਕਵਿਤ ਗੁਰੂ ਕੇ ਸ਼ਰਨ ਭਇਓ ਦਾਰਦ ਹਰਨ ਬਰਿੰਦ ਤਾਰਨ ਤਰਨ ਜਿਨ ਕੇ ਸਮਿਆਨ ਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਦੇ ਗੁਰ ਕੇ ਸ਼ਰਨ ਭਇਓ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਪਵੇਗਾ ਨਾ, ਦਾਰਦ ਬਰਿੰਦ, ਦਾਰਦ ਹਰਨ ਬਰਿੰਦ। ਸਤਿਗੁਰੂ ਪਾਤਸ਼ਾਹ ਜੀ ਬੇਅੰਤ ਤਰ੍ਹਾਂ ਦੇ ਦਰਿੱਦਰ ਨੂੰ ਨਾਸ਼ ਕਰਨ ਵਾਲੇ ਨੇ, ਕਿਸੇ ਤਰ੍ਹਾਂ ਦਾ ਦਰਿੱਦਰ ਕੰਗਾਲੀ ਰਹਿਣ ਨਹੀਂ ਦਿੰਦੇ। ਤੇ ਤਾਰਨ ਤਰਨ ਜਿਨ ਕੇ ਸਮ ਆਨ ਕੋ, ਸਤਿਗੁਰੂ ਵਰਗਾ ਕੋਈ ਦੂਜਾ ਨਹੀਂ ਦੁਨੀਆ ਦੇ ਵਿੱਚ। ਜਹਾਜ਼ ਤੇ ਇੱਕ ਬੰਦੇ ਨੂੰ ਇੱਕ ਸਮੁੰਦਰ ਤੋਂ ਦੂਜੇ ਸਮੁੰਦਰ ਵਿੱਚ ਲੈ ਜਾਂਦਾ, ਇੱਕ ਕਿਨਾਰੇ ਤੋਂ ਦੂਜੇ ਤੇ ਲੈ ਜਾਂਦਾ। ਪਰ ਗੁਰਮੁਖੋ ਗੁਰੂ ਇਹੋ ਜਿਹਾ ਜਹਾਜ਼ ਹੈ ਜਿਹੜਾ ਸਿੱਖ ਨੂੰ ਇਸ ਲੋਕ ਤੋਂ ਲੈ ਕੇ ਪਰਲੋਕ ਦੇ ਸੱਚਖੰਡ ਤੱਕ ਪਹੁੰਚਾ ਦਿੰਦਾ। ਗੁਰੂ ਵਰਗਾ ਜਹਾਜ਼ ਕੋਈ ਨਹੀਂ ਹੈ। ਕਲਯੁਗ ਜਹਾਜ਼ ਅਰਜਨ ਗੁਰੂ, ਬਾਣੀ ਦਾ ਵਚਨ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਰਥਾਏ। ਸਤਿਗੁਰੂ ਕਲਯੁਗ ਵਿੱਚ ਤਾਰਨ ਵਾਸਤੇ ਜਹਾਜ਼ ਹਨ, ਐਸੇ ਮਹਾਰਾਜ ਬਖਸ਼ਿਸ਼ ਕਰਨ ਵਾਲੇ ਹਨ। ਸੁਨ ਸੁਨ ਬਾਣੀਏ ਬਨਜ ਕੇ ਕਰਨ ਹਿਤ ਵਖਰ ਮਹਾਨ ਧਨ ਪਾਵਤ ਦੁਕਾਨ ਕੋ। ਕਹਿਣ ਲੱਗੇ ਬਾਣੀਏ ਆਉਂਦੇ ਨਾ ਸੁਣ ਸੁਣ ਕੇ ਮਹਾਰਾਜ ਦੇ ਕੋਲ, ਸਤਿਗੁਰੂ ਨੂੰ ਬੇਨਤੀ ਕਰਦੇ ਮਹਾਰਾਜ ਮੈਂ ਦੁਕਾਨ ਵੱਡੀ ਕਰਨੀ ਹੈ, ਮਹਾਰਾਜ ਮੈਂ ਦੁਕਾਨ ਵਿੱਚ ਹੋਰ ਸੌਦਾ ਪਾਉਣਾ, ਮੇਰੇ ਕੋਲ ਮਾਇਆ ਨਹੀਂ, ਆਪ ਜੀ ਮੈਨੂੰ ਕੋਈ ਦਿਨਾਂ ਵਾਸਤੇ ਮਾਇਆ ਦੇ ਦਿਓ ਮਹਾਰਾਜ, ਮੈਂ ਮੋੜ ਦਿਆਂਗਾ। ਤੇ ਸਤਿਗੁਰੂ ਪਾਤਸ਼ਾਹ ਉਸੇ ਵੇਲੇ ਆਪਣੇ ਸਿੱਖ ਨੂੰ ਕਹਿ ਕੇ ਜਿੰਨੀ ਮਾਇਆ ਚਾਹੀਦੀ ਹੈ ਦੁਕਾਨਦਾਰ ਨੂੰ ਦਿੱਤੀ ਜਾਂਦੀ ਹੈ। ਤੇ ਕਹਿਣ ਲੱਗੇ ਉਹ ਜਿਹੜੇ ਬਾਣੀਏ ਨੇ ਬਹੁਤ ਜ਼ਿਆਦਾ ਧਨ ਪਾ ਕੇ ਫਿਰ ਆਪਣੀ ਦੁਕਾਨ ਦੇ ਵਿੱਚ ਬੜਾ ਸਾਜੋ ਸਮਾਨ ਰੱਖ ਲੈਂਦੇ ਆ। ਦੁਕਾਨਾਂ ਵੱਡੀਆਂ ਵੱਡੀਆਂ ਬਣ ਗਈਆਂ, ਵੱਡੇ ਵੱਡੇ ਸਟੋਰ ਬਣ ਗਏ। ਜਿੰਨਾ ਸਮਾਨ ਜ਼ਿਆਦਾ ਉਨੀ ਵਿਕਰੀ ਜ਼ਿਆਦਾ, ਜਿੰਨੀ ਵਿਕਰੀ ਜ਼ਿਆਦਾ ਉਨੀ ਕਮਾਈ ਜ਼ਿਆਦਾ। ਐਸੇ ਦੁਕਾਨਦਾਰ ਜਿਹੜੇ ਕਮਾਈ ਕਰਦੇ ਹਨ। ਸਿੱਖ ਸਮੁਦਾਇ ਬਸੇ ਲਾਭ ਕੋ ਵਿਸਾਲ ਜਾਨ। ਕਹਿਣ ਲੱਗੇ ਵੀ ਇਸ ਤਰ੍ਹਾਂ ਮਹਾਰਾਜ ਦੇ ਸਿੱਖ ਵੀ ਵਸਣ ਲੱਗ ਪਏ ਲਾਭ ਜਾਣ ਕੇ। ਜਦੋਂ ਮਹਾਰਾਜ ਅਨੰਦਪੁਰ ਨੂੰ ਛੱਡ ਕੇ ਚੱਲੇਗਾ ਨਾ ਪਾਉਂਟਾ ਸਾਹਿਬ ਦੀ ਧਰਤੀ 'ਤੇ, ਉਦੋਂ ਗੁਰਮੁਖੋ ਕੁਝ ਲੋਕ ਫਿਰ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਏ ਸਨ, ਕਿਉਂਕਿ ਮਹਾਰਾਜ ਦੇ ਜਾਣ ਕਰਕੇ ਸੰਗਤ ਆਉਣੋਂ ਬੰਦ ਹੋ ਗਈ। ਜਾਂ ਸੰਗਤਾਂ ਪਾਉਂਟਾ ਸਾਹਿਬ ਨੂੰ ਜਾਣ ਲੱਗ ਪਈਆਂ। ਉਹ ਜਿਹੜੇ ਬਾਣੀਏ ਸਨ, ਦੁਕਾਨਦਾਰ ਸਨ, ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਕੁਝ ਮਾਹੌਲ ਵੀ ਇਹੋ ਜਿਹਾ ਬਣ ਗਿਆ ਵੀ ਮਹਾਰਾਜ ਨੇ ਰਾਜੇ ਕੁੱਟ ਸੁੱਟੇ ਅਨੰਦਪੁਰ ਦੇ ਵਿੱਚ। ਇਹਦੇ ਕਰਕੇ ਵੀ ਕੁਝ ਲੋਕ ਡਰ ਕੇ ਚਲੇ ਗਏ। ਹੁਣ ਸਤਿਗੁਰੂ ਦੁਬਾਰਾ ਆਏ ਨੇ, ਮਹਾਰਾਜ ਦੇ ਆਉਣ ਕਰਕੇ ਸੰਗਤਾਂ ਬੇਅੰਤ ਆ ਗਈਆਂ, ਮੇਲਾ ਲੱਗ ਗਿਆ। ਔਰ ਸੰਗਤ ਵੀ ਇੱਕ ਇਲਾਕੇ ਦੀ ਨਹੀਂ ਹੈ, ਕੋਈ ਦੇਸ਼ ਤੋਂ, ਕੋਈ ਵਿਦੇਸ਼ ਤੋਂ, ਕੋਈ ਦੂਰੋਂ, ਕੋਈ ਨੇੜਿਓਂ, ਕੋਈ ਕਿਸੇ ਇਲਾਕੇ ਦਾ, ਕੋਈ ਕਿਸੇ ਇਲਾਕੇ ਦਾ। ਹੁਣ ਬੇਅੰਤ ਸੰਗਤਾਂ ਆਉਂਦੀਆਂ। ਦੁਕਾਨਦਾਰਾਂ ਨੇ ਵੇਖਿਆ ਵੀ ਸੰਗਤ ਬੜੀ ਉਮੜ ਪੜੀ ਹੈ ਅਨੰਦਪੁਰ ਸਾਹਿਬ ਦੇ ਵਿੱਚ। ਇਹ ਦੁਬਾਰਾ ਫਿਰ ਆ ਗਏ, ਆਪੋ ਆਪਣਾ ਸਮਾਨ ਲੈ ਕੇ ਫਿਰ ਦੁਕਾਨਾਂ ਖੋਲ੍ਹ ਲਈਆਂ, ਫਿਰ ਬਾਜ਼ਾਰ ਸਜ ਗਏ, ਫਿਰ ਘਰ ਬਣਨੇ ਸ਼ੁਰੂ ਹੋ ਗਏ। ਦੁਬਾਰਾ ਅਨੰਦਪੁਰ ਸਾਹਿਬ ਫਿਰ ਸਜਣ ਲੱਗਾ ਹੈ। ਦਰਸ਼ਨ ਪ੍ਰਭ ਅਰ ਜੀਵਾਂ ਗੁਜ਼ਰਾਨ ਕੋ। ਗੁਰਮੁਖੋ ਇੱਕ ਤੇ ਗੁਰੂ ਦੇ ਦਰਸ਼ਨ, ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ ਤੇ ਮਹਾਰਾਜ ਦੀਵਾਨ ਵਿੱਚ ਬੈਠਣਗੇ। ਤੇ ਜਦੋਂ ਮਰਜ਼ੀ ਸੰਗਤਾਂ ਆਉਣ, ਮੱਥਾ ਟੇਕਣ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸ਼ਾਮ ਦੇ ਵੇਲੇ ਵੀ ਦੀਵਾਨ ਸਜੇਗਾ, ਰਹਿਰਾਸ ਸਾਹਿਬ ਦੇ ਪਾਠ ਹੋਣਗੇ, ਸਤਿਗੁਰਾਂ ਦੇ ਦਿਦਾਰੇ ਹੋਣਗੇ। ਇੱਕ ਤੇ ਦੋਨੇ ਸਮੇਂ ਮਹਾਰਾਜ ਦਰਸ਼ਨ ਦੇਣਗੇ। ਇੱਕ ਇਹ ਲਾਭ ਮਿਲ ਗਿਆ
ਤੇ ਦੂਜੀ ਗੱਲ ਹੈ ਗੁਰਮੁਖੋ ਗੁਜ਼ਾਰਾ ਵੀ ਚੰਗਾ ਹੋਵੇਗਾ। ਆਮ ਬਾਜ਼ਾਰ ਦੇ ਵਿੱਚ ਦੁਕਾਨਾਂ ਖੁੱਲ੍ਹਦੀਆਂ ਨੇ ਤੇ ਉਹਨਾਂ ਦੁਕਾਨਾਂ ਦੇ ਵਿੱਚ ਜਿਹੜੇ ਵਪਾਰ ਕਰਨ ਵਾਲੇ ਨੇ ਉਹ ਇਲਾਕੇ ਦੇ ਲੋਕ ਹੀ ਹੁੰਦੇ ਨਾ। ਆਪਾਂ ਨੂੰ ਜਿਹੜਾ ਸ਼ਹਿਰ ਲੱਗਦਾ ਉਹ ਪਿੰਡ ਦੇ ਲੋਕ ਸ਼ਹਿਰ ਚਲੇ ਜਾਣਗੇ, ਜ਼ਰੂਰੀ ਸਮਾਨ ਲੈ ਕੇ ਆ ਜਾਣਗੇ। ਪਰ ਅਨੰਦਪੁਰ ਸਾਹਿਬ ਦੇ ਵਿੱਚ ਇਲਾਕੇ ਦੇ ਲੋਕ ਤੇ ਆਉਂਦੇ ਪਏ, ਦੂਰੋਂ ਇਲਾਕਿਆਂ ਵਿੱਚੋਂ, ਦੇਸ਼ ਵਿੱਚੋਂ, ਵਿਦੇਸ਼ ਵਿੱਚੋਂ ਸੰਗਤ ਬਹੁਤੀ ਆਉਂਦੀ ਹੈ, ਖਰੀਦੋ ਫਰੋਖਤ ਬਹੁਤੀ ਹੋ ਰਹੀ ਹੈ, ਦੁਕਾਨਦਾਰਾਂ ਨੂੰ ਮੁਨਾਫਾ ਚੰਗਾ ਹੋ ਰਿਹਾ। ਹੁਣ ਦੋ ਕੰਮ ਨੇ, ਇੱਕ ਤੇ ਦਰਸ਼ਨ ਹੋ ਰਿਹਾ ਸੁਬਾਹ ਸ਼ਾਮ ਸਤਿਗੁਰਾਂ ਦੇ, ਤੇ ਦੂਜਾ ਗੁਰਮੁਖੋ ਨਾਲ ਨਾਲ ਜੀਵਕਾ ਵੀ, ਉਪਜੀਵਕਾ ਵੀ ਮਿਲਦੀ ਪਈ ਹੈ, ਰੋਟੀ ਵੀ ਮਿਲਦੀ ਪਈ। ਇਹ ਦੋ ਜਿਹੜੇ ਨੇ ਵੱਡੇ ਭਾਰੀ ਲਾਭ ਹਨ। ਧਰੈ ਮਨ ਕਾਮਨਾ ਕੋ ਧਾਮਨ ਬਨਾਏ ਤਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਗੇ ਕਾਮਨਾ ਰੱਖਦੇ। ਜਿਹਦੇ ਕੋਲ ਘਰ ਨਹੀਂ ਨਾ ਹੁੰਦਾ, ਮਹਾਰਾਜ ਮੇਰੇ ਕੋਲ ਘਰ ਨਹੀਂ ਜੇਗਾ, ਸਤਿਗੁਰੂ ਕਹਿੰਦੇ ਕੋਈ ਨਹੀਂ ਤੂੰ ਸ਼ੁਰੂ ਕਰ, ਦੱਸ ਤੈਨੂੰ ਜਗ੍ਹਾ ਕਿੱਥੇ ਚਾਹੀਦੀ ਹੈ। ਜਗ੍ਹਾ ਵੀ ਆਪ ਲੈ ਕੇ ਦਿੱਤੀ। ਕਈ ਵਰਗ ਮੀਲ ਤੱਕ ਮਹਾਰਾਜ ਨੇ ਜਗ੍ਹਾ ਖਰੀਦੀ ਹੈ। ਇਕੱਲਾ ਇਹ ਨਾ ਸਮਝ ਲਿਓ ਵੀ ਜਿੱਥੇ ਜਿੱਥੇ ਅਨੰਦਪੁਰ ਸਾਹਿਬ ਵਸਿਆ ਮਹਾਰਾਜ ਦੇ ਗੁਰੂ ਘਰ ਬਣੇ ਇੰਨੀ ਜਗ੍ਹਾ ਨਹੀਂ, ਕਈ ਵਰਗ ਮੀਲ ਦਾ ਘੇਰਾ ਹੀ ਖਰੀਦਿਆ ਮਹਾਰਾਜ ਨੇ। ਉਹਦਾ ਕਾਰਨ ਇਹ ਸੀ ਵੀ ਘੋੜਿਆਂ ਵਾਸਤੇ ਵੀ ਘਾਹ ਪੱਠਾ ਚਾਹੀਦਾ, ਤੇ ਫਿਰ ਜਗ੍ਹਾ ਆਪਣੀ ਹੋਣੀ ਚਾਹੀਦੀ, ਜਿੱਥੋਂ ਮਰਜ਼ੀ ਵੱਢ ਲਿਆਈਏ ਕੱਟ ਲਿਆਈਏ। ਸਤਿਗੁਰਾਂ ਨੇ ਜਗ੍ਹਾ ਖਰੀਦੀ ਹੈ ਤੇ ਜਗ੍ਹਾ ਵਿੱਚੋਂ ਫਿਰ ਦੱਸਿਆ ਜਾਂਦਾ ਲੈ ਭਾਈ ਇੰਨੀ ਤੂੰ ਲੈ ਲਾ ਇੱਧਰੋਂ। ਫਿਰ ਉਹ ਕਹਿੰਦਾ ਮਹਾਰਾਜ ਮਾਇਆ, ਸਤਿਗੁਰੂ ਕਹਿੰਦੇ ਭਾਈ ਮਾਇਆ ਵੀ ਦੇ ਦਿਓ, ਜਗ੍ਹਾ ਵੀ ਦਿੰਦੇ, ਮਾਇਆ ਵੀ ਦਿੰਦੇ। ਇਸ ਤਰ੍ਹਾਂ ਸੋਹਣੇ ਸੋਹਣੇ ਘਰ ਜਿਨ੍ਹਾਂ ਨੂੰ ਨਹੀਂ ਮਿਲਦੇ ਉਹਨਾਂ ਦੇ ਬਣਦੇ ਪਏ ਹਨ। ਦੁੱਖ ਕੀ ਨਾ ਗਮ ਭਏ ਮਹਾ ਸੁਖਵਾਨ ਕੋ। ਤਮ ਦੁੱਖ ਕੀ ਨਾ ਗਮ, ਕਹਿਣ ਲੱਗੇ ਦੁੱਖਾਂ ਰੂਪੀ ਹਨੇਰਾ ਨਹੀਂ ਪੈਂਦਾ। ਤਮ ਨਾਮ ਗੁਰਮੁਖੋ ਹਨੇਰੇ ਦਾ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ। ਬਚਨ ਪੜ੍ਹਦੇ ਤਮ ਨਾਮ ਅਗਿਆਨਤਾ ਦੇ ਹਨੇਰੇ ਦਾ। ਸਤਿਗੁਰੂ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਤਮ ਕੀ ਦੁੱਖ ਮੈਂ ਨਾ ਗਮ। ਇਹ ਜਿਹੜਾ ਅਗਿਆਨਤਾ ਰੂਪੀ ਦੁੱਖ ਹੈ ਨਾ, ਇਹਦਾ ਗਮ ਨਹੀਂ ਫਿਰ ਸਿੱਖਾਂ ਨੂੰ ਪੈਂਦਾ, ਇਹਦੇ ਗਮ 'ਚ ਨਹੀਂ ਪੈਂਦੇ। ਭੈ ਮਹਾ ਸੁਖਵਾਨ ਕੋ, ਗੁਰੂ ਕੇ ਸਿੱਖ ਬੜੇ ਜ਼ਿਆਦਾ ਸੁੱਖਾਂ ਵਿੱਚ ਪੈ ਗਏ। ਕਹਿਣ ਲੱਗੇ ਵੀ ਐਸਾ ਦਾਤ ਉਹਨਾਂ ਨੂੰ ਮਿਲੀ ਹੈ, ਦੁੱਖ ਤੇ ਮੁੱਢੋਂ ਹੀ ਖਤਮ ਹੋ ਗਿਆ, ਦੁੱਖ ਰਹਿ ਨਹੀਂ ਗਿਆ ਹੈ। ਆਈ ਨਵੋ ਨਿਧ ਸਭ ਕਾਰਜ ਕੋ ਕਰੈ ਸਿੱਧ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਾਰੋਬਾਰਾਂ ਵਿੱਚ ਬੜਾ ਵਾਧਾ ਹੋ ਗਿਆ। 9 ਨਿਧੀਆਂ ਬਰਕਤਾਂ ਹੀ ਪੈਂਦੀਆਂ ਜਾਂਦੀਆਂ ਕਮਾਈ ਵਿੱਚ, ਕਿਉਂਕਿ ਜਿੱਥੇ ਸਤਿਗੁਰੂ ਬੈਠਣਗੇ ਰਿਧੀਆਂ ਸਿੱਧੀਆਂ ਉੱਥੇ ਹੀ ਨਿਵਾਸ ਕਰਨਗੀਆਂ ਨਾ। ਬਾਣੀਏ ਵਪਾਰੀ ਜਿਹੜੇ ਨੇ ਉਹਨਾਂ ਦੇ ਦੁਕਾਨਾਂ ਵਿੱਚ ਵਪਾਰ ਵਿੱਚ ਬਰਕਤ ਪੈ ਗਈ ਹੈ। ਜਿਹੜੇ ਘਰਾਂ ਨੂੰ ਬਣਾਉਣ ਵਾਲੇ ਨੇ ਉਹਨਾਂ ਦੇ ਦੁੱਖ ਕੱਟੇ ਗਏ। ਰਿਧੀਆਂ ਸਿੱਧੀਆਂ ਕਹਿਣ ਲੱਗੇ ਸਤਿਗੁਰਾਂ ਦੇ ਦਰਬਾਰ ਵਿੱਚ ਹੱਥ ਜੋੜ ਕੇ ਖੜਦੀਆਂ ਹਨ। ਰਿੱਧ ਭਈ ਘਰ ਘਰ ਕਮੀ ਹੈ ਨਾ ਕਾਹੇ ਕੀ। ਰਿੱਧ ਤੋਂ ਭਾਵ ਹੁੰਦਾ ਗੁਰਮੁਖੋ ਪਦਾਰਥ। ਘਰਾਂ ਘਰਾਂ ਵਿੱਚ ਇੰਨੇ ਪਦਾਰਥ ਹੋ ਗਿਆ ਕਦੇ ਸੋਚੇ ਵੀ ਨਹੀਂ ਹੋਣਗੇ। ਐਸੀਆਂ ਬਖਸ਼ਿਸ਼ਾਂ ਹੋਈਆਂ ਕਿ ਪਦਾਰਥਾਂ ਦੀ ਕਮੀ ਕੋਈ ਨਹੀਂ ਰਹਿ ਗਈ ਹੈ। ਜਿੰਨਾ ਚਾਹੀਦਾ ਉਹਦੇ ਤੋਂ ਬਹੁਤਾ ਬਹੁਤਾ। ਜੋ ਕੁਛ ਪਾਇਆ ਸੋ ਏਕਾ ਵਾਰ। ਮਹਾਰਾਜ ਨੇ ਸਾਡੇ ਕਰਮਾਂ ਵਿੱਚ ਇੱਕੇ ਵਾਰੀ ਐਡੀ ਵੱਡੀ ਦਾਤ ਪਾ ਦਿੱਤੀ ਹੈ, ਮੁੱਕਦੀ ਨਹੀਂ ਹੈ। ਇੱਕੇ ਵਾਰੀ ਕਰਮ ਲਿਖ ਦਿੱਤਾ, ਸਾਰੀ ਜ਼ਿੰਦਗੀ ਲੈ ਰੱਜ ਕੇ ਕਾ ਦਿੰਦਾ ਦੇ। ਬਚਨ ਨੇ ਨਾ ਮਹਾਰਾਜ ਨੇ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੇ ਵਾਰੀ ਦਾਤ ਦੇਤੀ। ਰੋਜ਼ ਦੀ ਰੋਜ਼ ਉਹ ਕਰਮ ਲਿਖਣ ਨਹੀਂ ਬੈਠਦਾ ਵੀ ਸਵੇਰੇ ਰੋਟੀ ਖਾ ਲਈ ਹੁਣ ਸ਼ਾਮ ਦਾ ਵੀ ਕਰਮ ਲਿਖ ਦਿਆ ਵੀ ਸ਼ਾਮ ਨੂੰ ਵੀ ਖਾਣੀ ਹੈ। ਇੱਕੇ ਵਾਰੀ ਕਰਮ ਬਣਾ ਦਿੱਤਾ। ਛਕਦਾ ਰਹਿ, ਬੰਦਗੀ ਕਰੇਗਾ, ਨਾਮ ਜਪੇਗਾ, ਕਰਮ ਬਦਲਦਾ ਵੀ ਰਹੇਗਾ, ਸੁਖ ਵਾਲਾ ਵੀ ਬਣ ਜਾਏਗਾ, ਦੁੱਖ ਮਿਟ ਜਾਣਗੇ। ਐਸੀਆਂ ਬਖਸ਼ਾਂ ਦਿੰਦੇ ਹਨ। ਬਸੈ ਬੁੱਧਮਾਨ ਗੁਣ ਸੰਗ੍ਰਹਿ ਕੀ ਚਾਹ ਜਾਨ। ਕਹਿਣ ਲੱਗੇ ਸਤਿਗੁਰਾਂ ਦੇ ਕੋਲ ਬੜੀ ਸਿਆਣੀ ਮੱਤ ਵਾਲੇ, ਗੁਣਾਂ ਨੂੰ ਇਕੱਠਾ ਕਰਨ ਵਾਲੇ ਐਸੇ ਸਿੱਖ ਰਹਿੰਦੇ ਨੇ ਜਿਹੜੇ ਮਹਾਰਾਜ ਜੀ ਦੇ ਨਾਲ ਬਖਸ਼ਿਸ਼ ਪ੍ਰਾਪਤ ਕਰਦੇ ਹਨ। ਸੁਨ ਸੁਨ ਕਾਨ ਆਨ ਥਿਤ ਤਾਹੇ ਕੀ। ਮਹਾਰਾਜ ਸਾਹਿਬ ਜੀ ਤਿੱਥੇ ਆ ਕੇ ਟਿਕਣਾ ਕਰਦੇ ਨੇ। ਜਿਹੜੇ ਅਤਿਥੀ ਨੇ ਨਾ, ਜਿਨ੍ਹਾਂ ਦਾ ਘਰ ਕੋਈ ਨਹੀਂ, ਜਿਹੜੇ ਅੰਨ ਸਥਿਰ ਨੇ, ਜਿਨ੍ਹਾਂ ਕੋਲ ਰਹਿਣ ਵਾਸਤੇ ਘਰ ਨਹੀਂ, ਉਹ ਵੀ ਆ ਕੇ ਮਹਾਰਾਜ ਦੇ ਕੋਲ ਟਿਕਦੇ। ਸੁਣ ਸੁਣ ਕੇ ਜਸ ਮਹਾਰਾਜ ਦਾ ਕੰਨ ਦੇ ਵਿੱਚ। ਨਏ ਨਿਤ ਮੰਗਲ ਉਮੰਗ ਸੰਗ ਨਾਰੀ ਨਰ। ਕਹਿਣ ਲੱਗੇ ਮਹਾਰਾਜ ਦੇ ਦਰਬਾਰ ਵਿੱਚ ਨਵੇਂ ਨਵੇਂ ਗੁਰਮੁਖੋ ਮੰਗਲ ਹੁੰਦੇ,
ਖੁਸ਼ੀਆਂ ਹੁੰਦੀਆਂ, ਤੇ ਜਿੰਨੇ ਵੀ ਇੱਥੋਂ ਦੀਆਂ ਇਸਤਰੀਆਂ ਤੇ ਮਨੁੱਖ ਨੇ ਬੜੀ ਉਮੰਗ ਦੇ ਸਮੇਤ, ਬੜੇ ਉਤਸ਼ਾਹ ਦੇ ਸਮੇਤ ਹਨ। ਰੰਗ ਰੰਗ ਕੌਤਕ ਬਿਲੰਦ ਉਤਸਾਹੇ ਕੀ। ਸਤਿਗੁਰਾਂ ਦੇ ਦਰਬਾਰ ਵਿੱਚ ਰੰਗਾਂ ਰੰਗਾਂ ਦੇ, ਕਈ ਰੰਗਾਂ ਦੇ, ਕਈ ਤਰ੍ਹਾਂ ਦੇ ਕੌਤਕ ਹੁੰਦੇ। ਬੇਅੰਤ ਉਤਸ਼ਾਹ ਗੁਰੂ ਕਿਆ ਸਿੱਖਾਂ ਵਿੱਚ ਹੈ, ਐਸੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਅਧਿਕ ਆਨੰਦਪੁਰ ਭਇਓ ਹੈ ਆਨੰਦਪੁਰ। ਕਹਿਣ ਲੱਗੇ ਸਤਿਗੁਰਾਂ ਦਾ ਜਿਹੜਾ ਆਨੰਦਪੁਰ ਹੈ ਨਾ, ਇਹਦੇ ਵਿੱਚ ਬਹੁਤ ਜ਼ਿਆਦਾ ਹੀ ਆਨੰਦ ਪ੍ਰਾਪਤ ਹੁੰਦਾ। ਆਨੰਦਪੁਰ ਤੇ ਵਾਧਾ ਪਿਆ, ਅੱਗੇ ਤੋਂ ਅੱਗੇ ਲੋਕ ਆਈ ਜਾਂਦੇ, ਘਰ ਬਣਦੇ ਜਾਂਦੇ। ਜਿੱਥੇ ਆਨੰਦਪੁਰ ਵਾਧਾ ਪਿਆ ਹੈ ਉੱਥੇ ਨਾਲ ਨਾਲ ਗੁਰਮੁਖੋ ਆਨੰਦ ਵੀ ਵਾਧਾ ਪਿਆ। ਆਨੰਦਪੁਰ ਆਨੰਦਾਂ ਦੇ ਨਾਲ ਭਰ ਗਿਆ ਹੈ। ਸ੍ਰੀ ਗੋਬਿੰਦ ਸਿੰਘ ਜੀ ਵਸਾਇਓ ਬਰਿੰਦ ਚਾਹੇ ਕੀ। ਸਤਿਗੁਰੂ ਪਾਤਸ਼ਾਹ ਜੀ ਨੇ ਵਸਾਇਆ ਹੈ ਨਾ। ਮਹਾਰਾਜ ਜੀਆਂ ਦੀ ਇੱਛਾ ਸੀ ਨਾ ਕਿ ਅਸੀਂ ਇਹ ਨਗਰ ਵਸਾਉਣਾ ਹੈ। ਸਾਡੇ ਪਿਤਾ ਨੇ ਜਗ੍ਹਾ ਖਰੀਦੀ ਹੈ, 1,57,000 ਰੁਪਈਆ ਦੇ ਕੇ ਮਹਾਰਾਜ ਨੇ ਇਹ ਜਗ੍ਹਾ ਨੂੰ ਪ੍ਰਾਪਤ ਕੀਤਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਐਸੀ ਧਰਤੀ ਨੂੰ ਖਰੀਦ ਕੇ ਇਸ ਨੂੰ ਵਸਾਉਂਦੇ ਪਏ ਹਨ। ਜੈਸੇ ਸ਼ਿਆਮ ਘਨ ਲਰ ਮਥਨਾ ਮੈਂ ਸ਼ਤਰਹਨ। ਇੱਕ ਉਦਾਹਰਨ ਦਿੰਦੇ ਨੇ, ਸ਼ਿਆਮ ਘਨ ਕਿਹਾ ਜਾਂਦਾ ਭਗਵਾਨ ਕ੍ਰਿਸ਼ਨ ਨੂੰ, ਘਨ ਸ਼ਿਆਮ। ਘਨ ਸ਼ਿਆਮ ਉਹਨਾਂ ਦਾ ਨਾਂ ਰੱਖਿਆ ਲੋਕਾਂ ਨੇ, ਪ੍ਰੇਮ ਕਰਨ ਵਾਲਿਆਂ ਨੇ। ਕਥਨ ਆਉਂਦਾ ਕਥਾ ਦੇ ਵਿੱਚ ਵੀ ਉਹਨਾਂ ਨੂੰ ਇੱਕ ਪਾਣੀ ਵਿੱਚ ਰਹਿਣ ਵਾਲੇ ਵੱਡੇ ਸੱਪ ਦੇ ਜ਼ਹਿਰ ਕਰਕੇ ਰੰਗ ਉਹਨਾਂ ਦਾ ਥੋੜ੍ਹਾ ਨੀਲਾ ਪੈ ਗਿਆ, ਤੇ ਕਹਿਣ ਲੱਗੇ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਘਨ ਸਿਆਮ। ਕਹਿਣ ਲੱਗੇ ਜਿਵੇਂ ਘਨ ਸਿਆਮ ਭਗਵਾਨ ਕ੍ਰਿਸ਼ਨ ਜੀ ਮਥੁਰਾ ਦੇ ਵਿੱਚ ਬੇਅੰਤ ਦੁਸ਼ਮਣਾਂ ਦੇ ਨਾਲ ਲੜੇ ਹਨ। ਏ ਵਿਜੈ ਲక్ష్ਮੀ ਬਸਾਈ ਜਾਏ ਦਵਾਰਕਾ। ਤੇ ਕਹਿਣ ਲੱਗੇ ਇਹਦੇ ਵਿੱਚ ਵਿਜੈ ਪਾਈ ਉਹਨਾਂ ਨੇ। ਮਥੁਰਾ ਵਿੱਚ ਰਹਿੰਦਿਆਂ ਕਈ ਜੰਗ ਲੜੇ, ਜੰਗਾਂ ਤੋਂ ਜਿੱਤ ਪਾ ਕੇ ਫਿਰ ਦਵਾਰਕਾ ਨਗਰੀ ਵਸਾਈ ਹੈ। ਦਵਾਰਕਾ ਨਗਰੀ ਕਾਹੇ ਕੇ ਮੰਗੋਲ, ਬਚਨ ਪੜ੍ਹਦੇ ਆ। ਫਿਰ ਦਵਾਰਕਾ ਨਗਰੀ ਵਸਾਈ ਹੈ। ਜੈਸੇ ਰਾਮਚੰਦ ਧਰ ਪਰਾਕਰਮ ਬਿਲੰਦ। ਕਹਿਣ ਲੱਗੇ ਇਹ ਤੇ ਦੁਆਪਰ ਯੁੱਗ ਦੀ ਗੱਲ ਹੈ। ਹੁਣ ਆਓ ਆਪਾਂ ਕਲਯੁੱਗ ਦੀ, ਕਲਯੁੱਗ ਤੋਂ ਪਹਿਲਾਂ ਤ੍ਰੇਤੇ ਯੁੱਗ ਦੀ ਗੱਲ ਸਰਵਣ ਕਰੀਏ। ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮਚੰਦਰ ਜੀ ਹੋਏ। ਅਯੁੱਧਿਆ ਨਗਰੀ ਹੈ, ਅਯੁੱਧਿਆ ਪਿੰਡ ਸ਼ਹਿਰ ਹੈ ਗੁਜਰਾਤ ਦੇ ਵਿੱਚ, ਉੱਥੇ ਉਹਨਾਂ ਦਾ ਜਨਮ ਹੋਇਆ। ਤੇ ਕਹਿਣ ਲੱਗੇ ਬਹੁਤ ਜ਼ਿਆਦਾ ਬਲ ਪਾ ਕੇ ਲੰਕ ਰਾਵਣ ਨਿਕੰਦ ਕਰ ਔਧ ਕੀ ਸੰਭਾਰ ਕਾ। ਲੰਕਾ ਦਾ ਪਤੀ ਜਿਹੜਾ ਰਾਵਣ ਸੀ ਉਹਨੂੰ ਮਾਰਿਆ ਭਗਵਾਨ ਰਾਮ ਜੀਆਂ ਨੇ। ਤੇ ਕਹਿਣ ਲੱਗੇ ਮਾਰ ਕੇ ਔਧ ਕੀ ਸੰਭਾਰ ਕਾ, ਅਯੁੱਧਿਆ ਨੂੰ ਉਹਨਾਂ ਨੇ ਸੰਭਾਲਿਆ। ਫਿਰ ਆ ਕੇ ਪਹਿਲਾਂ ਮਾਰਿਆ, ਕਿਹਨੂੰ ਮਾਰਿਆ? ਰਾਵਣ ਨੂੰ। ਰਾਵਣ ਨੂੰ ਮਾਰ ਕੇ 14 ਸਾਲਾਂ ਦਾ ਬਨਵਾਸ ਕੱਟ ਕੇ ਫਿਰ ਆਪਣੀ ਅਯੁੱਧਿਆ ਨਗਰੀ ਨੂੰ ਗਏ ਹਨ। ਜੈਸੇ ਪਰਹੂਤ ਹੱਥ ਦੈਤਨ ਕੇ ਪੂਤ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜਿਵੇਂ ਦੈਂਤਾਂ ਦੇ ਪੁੱਤਰਾਂ ਨੂੰ ਹੱਥ ਕੇ ਨਾਸ ਕਰਕੇ ਗਨ ਬਹੁਰੋ ਬਸਾਏ ਦੇਵ ਲੋਕ ਸੁਖ ਕਰ ਕਾ। ਕਹਿਣ ਲੱਗੇ ਜਿਵੇਂ ਇੰਦਰ ਨੇ ਪਹਿਲਾਂ ਦੈਂਤਾਂ ਦੇ ਪੁੱਤਰ ਮਾਰ ਕੇ ਸੁਖ ਕਰਨ ਵਾਲੇ ਸਵਰਗਾਂ ਨੂੰ ਵਸਾਇਆ। ਜਦੋਂ ਜੰਗ ਹੋਇਆ ਨਾ ਦੇਵਤਿਆਂ ਤੇ ਦੈਂਤਾਂ ਦਾ, ਤੇ ਇੰਦਰ ਨੇ ਫਿਰ ਦੈਂਤਾਂ ਦੇ ਨਾਸ ਕੀਤੇ, ਉਹਨਾਂ ਦੇ ਪੁੱਤਰਾਂ ਨੂੰ, ਮਹਾਰਥੀਆਂ ਨੂੰ ਮਾਰਿਆ। ਤੇ ਫਿਰ ਕਹਿਣ ਲੱਗੇ ਦੇਵ ਨਗਰੀ ਨੂੰ ਵਸਾਇਆ ਹੈ। ਐਸੇ ਸ਼੍ਰੀ ਗੋਬਿੰਦ ਸਿੰਘ ਪਾਮਟਾ ਕੋ ਜੀਤ ਜੰਗ। ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਭਗਵਾਨ ਕ੍ਰਿਸ਼ਨ ਜੀਆਂ ਨੇ ਮਥੁਰਾ ਤੋਂ ਆ ਕੇ ਜੰਗ ਕਰਕੇ ਤੇ ਫਿਰ ਦਵਾਰਕਾ ਨੂੰ ਵਸਾਇਆ ਹੈ। ਅਯੁੱਧਿਆ ਤੋਂ ਆ ਕੇ ਭਗਵਾਨ ਰਾਮ ਜੀਆਂ ਨੇ ਕੰਸ ਨੂੰ, ਰਾਵਣ ਨੂੰ ਮਾਰਿਆ ਹੈ ਤੇ ਬਾਅਦ ਵਿੱਚ ਆਪਣੀ ਨਗਰੀ ਨੂੰ ਵਸਾਇਆ ਹੈ। ਜਿਵੇਂ ਇੰਦਰ ਨੇ ਦੈਂਤਾਂ ਨੂੰ ਮਾਰ ਕੇ ਸਵਰਗਾਂ ਨੂੰ ਵਸਾਇਆ ਹੈ, ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਜੰਗ ਕਰਕੇ ਇਹਨਾਂ ਦੁਸ਼ਟਾਂ ਨੂੰ ਸੋਧਿਆ ਹੈ। ਆਨਕ ਆਨੰਦਪੁਰ ਵਾਸੇ ਦੇਸ਼ ਚਾਰਕ। ਤੇ ਫਿਰ ਕਹਿਣ ਲੱਗੇ ਆਨੰਦਪੁਰ ਸਾਹਿਬ ਆ ਕੇ ਵਸ ਗਏ ਅਤੇ ਬੜਾ ਸੋਹਣਾ ਦੇਸ਼ ਜਿਹੜਾ ਨਾ ਇਸ ਨੂੰ ਵਸਾਉਣਾ ਕੀਤਾ, ਬਣਾਉਣਾ ਕੀਤਾ ਹੈ। ਸੋਰਠਾ ਬਸੇ ਨਾਰ ਨਰ ਬ੍ਰਿੰਦ ਲਹਿਓ ਆਨੰਦ ਬੁਲੰਦ ਸਭ। ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਬੇਅੰਤ ਲੋਕ ਵਸਦੇ ਨੇ,
ਤੇ ਬੇਅੰਤ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਦੋਹਾ ਕੀਨ ਮੁਕੰਦ ਸ਼੍ਰੀ ਮੁਖ ਤੇ ਇਮ ਲਿਖਿਓ ਤਬ। ਗੁਰਮੁਖੋ ਸਤਿਗੁਰਾਂ ਨੇ ਦੋਹਰਾ ਲਿਖਿਆ। ਜਦੋਂ ਬਚਿੱਤਰ ਨਾਟਕ ਪੜ੍ਹੋਗੇ ਨਾ, ਬਚਿੱਤਰ ਨਾਟਕ ਆਪ ਲਿਖਿਆ 10ਵੇਂ ਪਾਤਸ਼ਾਹ ਨੇ। ਕਈਆਂ ਨੂੰ ਇਸ ਗ੍ਰੰਥ ਤੋਂ ਬੜੀ ਪੀੜ ਵੀ ਹੁੰਦੀ ਹੈ, ਡਾਢੀ ਪੀੜ ਹੁੰਦੀ ਹੈ, ਪਰ ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਪਾਉਂਟਾ ਸਾਹਿਬ ਦੀ ਜੰਗ ਦਾ। ਕਿਵੇਂ ਪਾਉਂਟਾ ਸਾਹਿਬ ਦਾ ਜੰਗ ਲੜਿਆ, ਕਿਵੇਂ ਵੈਰੀਆਂ ਨੂੰ ਸੋਧਿਆ, ਕਿਵੇਂ ਦੁਸ਼ਮਣ ਭੱਜੇ, ਕਿਵੇਂ ਸਾਡੇ ਨਾਲ ਦੇ ਸਿੰਘ ਸ਼ਹੀਦੀਆਂ ਪਾ ਗਏ, ਫਿਰ ਕਿਵੇਂ ਅਸੀਂ ਅਨੰਦਪੁਰ ਸਾਹਿਬ ਆਏ, ਉਹ ਸਾਰੇ ਮਹਾਰਾਜ ਨੇ ਜ਼ਿਕਰ ਕੀਤੇ ਨੇ। ਇੱਥੇ ਕਹਿਣ ਲੱਗੇ ਇੱਕ ਦੋਹਰਾ ਆਪਾਂ ਨੂੰ ਸੁਣਨ ਵਾਸਤੇ ਮਿਲਦਾ ਹੈ। ਸ਼੍ਰੀ ਮੁਖ ਵਾਕ ਦੋਹਰਾ ਜੁਧ ਜੀਤ ਆਏ ਜਵੈ ਟਿਕੈ ਨਾ ਤਿਨ ਪੁਰ ਪਾਵ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜਦੋਂ ਜੰਗ ਜਿੱਤੇ ਨਾ, ਤੇ ਜੰਗ ਜਿੱਤਣ ਤੋਂ ਮਗਰੋਂ ਫਿਰ ਪਾਉਂਟਾ ਸਾਹਿਬ ਦੇ ਵਿੱਚ ਬਹੁਤਾ ਸਮਾਂ ਮਹਾਰਾਜ ਟਿਕੇ ਨਹੀਂ। ਗੁਰਮੁਖੋ ਦਾ ਕਾਰਨ ਇਹ ਹੈ ਵੀ ਮਹਾਰਾਜ ਇਹ ਨਾ ਸਮਝ ਲੈਣਾ ਵੀ ਭੱਜ ਗਏ ਉੱਥੋਂ ਦਵਾ ਦਾ ਵੀ ਨਿਕਲ ਚੱਲੀਏ, ਨਹੀਂ। ਜਦੋਂ ਪਾਉਂਟਾ ਸਾਹਿਬ ਦਾ ਮਹਾਰਾਜ ਜੰਗ ਜਿੱਤੇ ਨਾ ਤਾਂ ਰਾਜਿਆਂ ਨੇ ਹਥਿਆਰ ਸੁੱਟ ਦਿੱਤੇ। ਭੀਮ ਚੰਦ ਰਾਜੇ ਦੇ ਜਿਹੜੇ ਵਜ਼ੀਰ ਸਨ ਉਹ ਦੌੜ ਕੇ ਆਏ, ਮਹਾਰਾਜ ਸੁਲ੍ਹਾ ਕਰ ਲਈਏ, ਅੱਗੇ ਤੋਂ ਅਸੀਂ ਨਹੀਂ ਤੁਹਾਡੇ ਨਾਲ ਕੋਈ ਪੰਗਾ ਨਹੀਂ ਲਵਾਂਗੇ, ਕੋਈ ਜੰਗ ਨਹੀਂ ਕਰਾਂਗੇ, ਜਿੰਨਾ ਜੰਗ ਵਿੱਚ ਨੁਕਸਾਨ ਹੋਇਆ ਉਹ ਅਸੀਂ ਭਰਾਂਗੇ, ਜਿੰਨੇ ਤੁਹਾਡੇ ਸਿੱਖਾਂ ਦੇ ਘੋੜੇ ਮਰੇ, ਜਿੰਨੇ ਸ਼ਸਤਰ ਟੁੱਟੇ, ਜਿੰਨਾ ਖਰਚਾ ਗੋਲੀ ਬਰੂਦ ਦਾ ਆਇਆ, ਸਾਰਾ ਅਸੀਂ ਭਰਾਂਗੇ। ਇਹ ਮਾਫੀ ਸਾਨੂੰ ਦੇ ਦਿਓ, ਖਰਚਾ ਅਸੀਂ ਉਠਾਉਣ ਨੂੰ ਤਿਆਰ ਹਾਂ। ਜਾਂ ਇਹ ਮਾਫੀ ਲਿਖਤੀ ਹੋਈ ਜਾਂ ਇਹ ਮਾਫੀ ਜ਼ੁਬਾਨੀ ਹੋਈ। ਹੁਣ ਸਤਿਗੁਰੂ ਜਾਣਦੇ ਨੇ ਰਾਜਿਆਂ ਤੇ ਗੁਰਮੁਖੋ ਭਰੋਸਾ ਨਹੀਂ ਹੁੰਦਾ ਬਹੁਤਾ ਸਮਾਂ, ਭਾਵੇਂ ਲਿਖਤੀ ਵੀ ਰਾਜਾ ਦੇ ਦੇਵੇ ਨਾ। ਬੜੇ ਬਿਆਨ ਆਉਂਦੇ ਨਾ ਟੈਲੀਵਿਜ਼ਨ ਅਖਬਾਰਾਂ 'ਤੇ, ਬਿਆਨ ਹੀ ਰਹਿ ਜਾਂਦੇ, ਹੁੰਦਾ ਕੱਖ ਨਹੀਂ। ਇਹ ਅੱਜ ਨਹੀਂ, ਪਹਿਲਾਂ ਵੀ ਐਵੇਂ ਸੀ। ਪਿੱਛੇ ਆਪਾਂ ਇੱਕ ਸਾਖੀ ਸਰਵਣ ਕੀਤੀ ਸੀ ਵੀ ਬਹਾਦਰ ਸ਼ਾਹ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਰਾਜ ਦਵਾ ਦਿਓ, ਜੋ ਕਹੋਗੇ ਮੈਂ ਕਰਾਂਗਾ। ਰਾਜ ਤੇ ਮਿਲ ਗਿਆ, ਪਰ ਜਿਹੜਾ ਬਚਨ ਮਹਾਰਾਜ ਨੇ ਆਖਿਆ ਬਹਾਦਰ ਸ਼ਾਹ ਨਹੀਂ ਕਰ ਸਕਿਆ, ਮੁੱਕਰ ਗਿਆ, ਜਾਂ ਉਹਨੇ ਅਸਮਰੱਥਾ ਜਤਾਈ ਵੀ ਮੈਂ ਨਹੀਂ ਕਰ ਸਕਦਾ। ਸਤਿਗੁਰੂ ਜਾਣਦੇ ਸਨ ਵੀ ਭਾਵੇਂ ਲਿਖਤੀ ਦਿੰਦੇ ਪਏ, ਭਾਵੇਂ ਜ਼ੁਬਾਨੀ ਦਿੰਦੇ ਪਏ, ਰਾਜੇ ਦੇ ਮੁੱਕਰ ਲੱਗਿਆ ਟਾਈਮ ਕੋਈ ਨਹੀਂ ਲੱਗਦਾ। ਇਹਨਾਂ ਨੂੰ ਹੁਣ ਹਰਾਇਆ ਅਸੀਂ, ਇਹ ਹੋ ਸਕਦਾ ਸਾਡੇ ਨੰਦਾਂ ਦੀ ਪੁਰੀ ਦਾ ਜਾ ਕੇ ਕੋਈ ਨੁਕਸਾਨ ਕਰ ਦੇਣ। ਉੱਥੇ ਸਾਡਾ ਪਰਿਵਾਰ ਬੈਠਾ ਹੋਇਆ, ਸਾਡੇ ਸਿੱਖ ਬੈਠੇ ਹੋਏ, ਹੋ ਸਕਦਾ ਕੋਈ ਨੁਕਸਾਨ ਨਾ ਪਹੁੰਚਾ ਦੇਣ, ਜਾਂ ਜਾ ਕੇ ਉੱਥੇ ਘੇਰਾਬੰਦੀ ਨਾ ਕਰ ਲੈਣ, ਮੁੜ ਕੇ ਸਾਨੂੰ ਅੰਦਰ ਜਾਣਾ ਔਖਾ ਹੋ ਜਾਏ। ਮਹਾਰਾਜ ਸਾਹਿਬ ਜੀ ਪੂਰੀ ਰਾਜਨੀਤੀ ਜਾਣਦੇ। ਸਤਿਗੁਰੂ ਤਾਂ ਉੱਥੋਂ ਛੇਤੀ ਛੇਤੀ ਤੁਰੇ ਵੀ ਰਾਜਿਆਂ ਨੂੰ ਘਰੇ ਜਾਣਗੇ, ਫੌਜ ਇਕੱਠੀ ਕਰਨਗੇ, ਅਸਲਾ ਇਕੱਠਾ ਕਰਨਗੇ, ਕੋਈ ਤੇ ਦਿਨ ਲੱਗਣਗੇ ਨਾ, ਹਮਲਾ ਐਡੀ ਛੇਤੀ ਥੋੜ੍ਹੀ ਹੋ ਜਾਂਦਾ। ਅੱਜ ਤੇ ਭਾਵੇਂ ਗੁਰਮੁਖੋ ਯੁੱਗ ਬਦਲ ਗਿਆ ਨਾ, ਮਸ਼ੀਨਾਂ, ਲੜਾਈਆਂ ਵੀ ਮਸ਼ੀਨਾਂ ਨਾਲ ਹੁੰਦੀਆਂ, ਉਦੋਂ ਸਭ ਕੁਝ ਆਪ ਨੂੰ ਧੱਕ ਧਕਾ ਕੇ ਲਿਜਾਣਾ ਪੈਂਦਾ, ਚੁੱਕ ਕੇ ਤੋਪਾਂ ਨੂੰ ਪਾ ਕੇ, ਝੋਟਿਆਂ ਦੇ ਮਗਰ, ਹਾਥੀਆਂ ਦੇ ਮਗਰ ਪਾ ਕੇ ਖਿੱਚਣਾ ਪੈਂਦਾ। ਹੁਣ ਹਾਥੀ ਕਿੰਨਾ ਕੁ ਤੁਰੇਗਾ, ਤੋਪ ਲਿਜਾਂਦਿਆਂ, ਅਸਲਾ ਲਿਜਾਂਦਿਆਂ, ਬਰੂਦ ਲਿਜਾਂਦਿਆਂ ਬੜਾ ਬੜਾ ਟਾਈਮ ਲੱਗ ਜਾਂਦਾ, ਫਿਰ ਜਾ ਕੇ ਜੰਗ ਸ਼ੁਰੂ ਹੁੰਦੇ। ਰੋਹ ਵਿਚਾਰ ਕਹਿਣ ਲੱਗੇ ਵੀ ਸਤਿਗੁਰੂ ਜਾਣਦੇ ਸਨ ਵੀ ਇਹਨਾਂ ਨੂੰ ਪਾਉਂਟਾ ਸਾਹਿਬ ਦੇ ਵਿੱਚ ਹਰਾਇਆ ਹੈ, ਕਿਤੇ ਜਾ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਜਾਂ ਉੱਥੇ ਕੋਈ ਹੋਰ ਨਾ ਮਾਹੌਲ ਪੈਦਾ ਕਰ ਦੇਣ, ਡਰ ਨਾ ਪੈਦਾ ਕਰ ਦੇਣ, ਸਾਨੂੰ ਪਹਿਲਾਂ ਜਾ ਕੇ ਆਪਣੇ ਨਗਰ ਦੀ ਖਬਰ ਲੈਣੀ ਚਾਹੀਦੀ ਹੈ। ਇਹ ਰਾਜਨੀਤੀ ਦਾ ਪੈਤੜਾ ਸੀ ਮਹਾਰਾਜ ਦਾ। ਸਤਿਗੁਰਾਂ ਨੇ ਤਾਂ ਆਖਿਆ ਸੀ ਚਲੋ ਸਿੱਖੋ ਛੇਤੀ ਨਾਲ ਪਾਉਂਟਾ ਸਾਹਿਬ ਛੱਡੋ ਅਤੇ ਚੱਲੀਏ ਆਪਣੇ ਪਿਛਲੇ ਨਗਰ ਨੂੰ ਜਾ ਕੇ ਸੰਭਾਲੀਏ। ਇੱਥੋਂ ਇਹ ਨਹੀਂ ਸਮਝ ਲੈਣਾ ਵੀ ਮਹਾਰਾਜ ਜੰਗ ਕੀਤਾ ਤੇ ਤਾਂ ਉੱਥੋਂ ਦੌੜ ਗਿਆ, ਨਹੀਂ। ਕਾਰਨ ਇਹ ਆ ਵੀ ਅਸੀਂ ਆਪਣੇ ਪਿਛਲੇ ਟਿਕਾਣੇ ਨੂੰ ਸਾਂਭਣਾ, ਪਰਿਵਾਰ ਨੂੰ ਜਾ ਕੇ ਹਿਫਾਜ਼ਤ ਦੇਣੀ ਹੈ ਅਤੇ ਨਗਰ ਨੂੰ ਜਾ ਕੇ ਵਸਾਉਣਾ ਹੈ। ਇੱਥੇ 10ਵੇਂ ਪਾਤਸ਼ਾਹ ਨੇ ਆਪ ਲਿਖਿਆ, ਕਹਿਣ ਲੱਗੇ ਯੁੱਧ ਜੀਤ ਆਏ, ਅਸੀਂ ਪਾਉਂਟਾ ਸਾਹਿਬ ਦਾ ਜੰਗ ਜਿੱਤ ਕੇ ਤੇ ਟਿਕੇ ਨਾ ਤਿੰਨ ਪੁਰ ਪਾਮ। ਪਾਮ ਤੋਂ ਭਾਵ ਪੈਰ, ਜਿੱਥੇ ਅਸੀਂ ਪੈਰ ਪਾਇਆ, ਪੈਰ ਪਾਉਣ ਤੋਂ ਪੈ ਗਿਆ ਪਾਮਟਾ। ਉਸ ਤੋਂ ਮਗਰੇ ਸਾਡੇ ਪਾਮਟਾ ਸਾਹਿਬ ਦੀ ਧਰਤੀ 'ਤੇ, ਜਿਹਨੂੰ ਆਪਾਂ ਪਾਉਂਟਾ ਕਹਿ ਦਿੰਦੇ, ਮਹਾਰਾਜ ਨੇ ਪਾਮਟਾ ਲਿਖਿਆ। ਕਹਿਣ ਲੱਗੇ ਵੀ ਉੱਥੇ ਫਿਰ ਅਸੀਂ ਆਪਣੇ ਪੈਰ ਜਿਹੜੇ ਨੇ ਰੋਕੇ ਨਹੀਂ, ਉੱਥੇ ਰੁਕੇ ਨਹੀਂ, ਛੇਤੀ ਨਾਲ ਫਿਰ ਉੱਥੋਂ ਚੱਲ ਪਏ। ਹਾਂ, ਕਹਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਤੇ ਇਹ ਕਹਿਲੂਰ ਇੱਕ ਰਾਜ ਸੀਗਾ। ਇਹ ਕਹਿਲੂਰ ਦੀ ਰਾਜ ਦੀ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ। ਤੇ ਕਹਿਲੂਰ ਦਾ ਰਾਜਾ ਸੀਗਾ ਭੀਮ ਚੰਦ।
ਜਿਹੜਾ ਬਾਕੀ ਪਹਾੜੀ ਰਾਜਿਆਂ ਨਾਲੋਂ ਸਭ ਤੋਂ ਵੱਡਾ ਸੀ, ਫੌਜ ਕਰਕੇ, ਇਲਾਕੇ ਕਰਕੇ, ਤਾਕਤ ਕਰਕੇ ਔਰ ਧਨ ਕਰਕੇ। ਇਹ ਉਹਦੀ ਰਿਆਸਤ ਸੀ। ਰਿਆਸਤ ਦਾ ਨਾਮ ਹੈ ਕਹਿਲੂਰ। ਰਾਜਾ ਹੈ ਭੀਮ ਚੰਦ। ਉਹਦੇ ਇਲਾਕੇ ਵਿੱਚ ਮਹਾਰਾਜ ਨੇ ਇਹ ਜਗ੍ਹਾ ਖਰੀਦੀ ਹੈ। ਕਹਿਲੂਰ ਮੈਂ ਬੰਨ੍ਹਿਓ, ਕਹਿਲੂਰ ਦੇ ਵਿੱਚ ਆ ਕੇ ਬੰਨਿਆ। ਆਨ ਆਨੰਦਪੁਰ ਗਾਮ, ਆਨੰਦਪੁਰ ਸਾਹਿਬ ਦਾ ਗਾਂਵ ਤੋਂ ਭਾਵ ਪਿੰਡ ਆ ਕੇ ਅਸੀਂ ਬੱਧਾ ਹੈ। ਕਬਿਤ ਹੇਰਤ ਸਵੇਰ ਕੋ ਆਰੂੜਤ ਅਖੇਰ ਕੋ। ਸਤਿਗੁਰੂ ਪਾਤਸ਼ਾਹ ਜਦੋਂ ਸਵੇਰ ਹੁੰਦੀ ਹੈ ਨਾ, ਫਿਰ ਸ਼ਿਕਾਰ ਕਰਨ ਵਾਸਤੇ ਤੁਰ ਪੈਂਦੇ। ਹੁਣ ਜਦੋਂ ਮਹਾਰਾਜ ਨੇ ਕਈ ਵਰਗ ਮੀਲ ਜਗ੍ਹਾ ਖਰੀਦੀ ਹੈ, ਤੇ ਫਿਰ ਆਪਣੀ ਜਗ੍ਹਾ ਵਿੱਚ ਕੋਈ ਜੋ ਮਰਜ਼ੀ ਕਰੇ। ਰਾਜੇ ਰੋਕਦੇ ਸਨ ਵੀ ਨਾ ਕਰੋ। ਮਹਾਰਾਜ ਕਹਿੰਦੇ ਕਿਉਂ? ਜਗ੍ਹਾ ਅਸੀਂ ਖਰੀਦੀ ਹੈ, ਸਾਡੇ ਨਾਂ ਇਹ ਜਗ੍ਹਾ ਹੈ। ਅੱਜ ਵੀ ਉਹ ਜਿਹੜੇ ਪਟੇ ਨੇ ਨਾ, ਵਹੀਆਂ ਖਾਤੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਮ ਬੋਲਦੇ, ਜਗ੍ਹਾ ਖਰੀਦੀ। ਸਵੇਰ ਹੁੰਦਾ, ਮਹਾਰਾਜ ਸ਼ਿਕਾਰ ਕਰਨ ਜਾਂਦੇ ਹਨ। ਅਨੀਕ ਲੈ ਬਡੇਰ ਕੋ ਅਨਕ ਬਨ ਗਾਹੀ। ਸਤਿਗੁਰੂ ਪਾਤਸ਼ਾਹ ਵੱਡਾ ਬਹੀਰ ਲੈ ਕੇ ਜਾਂਦੇ, ਫਿਰ ਜੰਗਲ ਵਿੱਚ ਗਾਹ ਪਾ ਦਿੰਦੇ, ਜਾ ਕੇ ਇੱਧਰ ਨੂੰ ਉੱਧਰ ਨੂੰ ਜਾਂਦੇ ਹਨ। ਨੂੰਦਬ ਬਜਤ ਬੜੀ ਬੰਬ ਸੋ ਗਜਤ। ਤੇ ਸਤਿਗੁਰੂ ਪਾਤਸ਼ਾਹ ਚੁੱਪ ਚਪੀਤੇ ਨਹੀਂ ਜਾਂਦੇ। ਗੁਰਮੁਖੋ ਵੀ ਚੁੱਪ ਕਰਕੇ ਚਲੇ ਗਏ ਤੇ ਆ ਗਏ। ਮਹਾਰਾਜ ਕਹਿੰਦੇ ਨਗਾਰਾ ਵਜਾਓ, ਜ਼ੋਰ ਜ਼ੋਰ ਦੇ ਨਾਲ, ਉੱਚੀ ਉੱਚੀ ਨਗਾਰਾ ਵੱਜੇ, ਦੂਰ ਦੂਰ ਤੱਕ ਆਵਾਜ਼ ਜਾਵੇ। ਇਸ ਤਰ੍ਹਾਂ ਨਗਾਰੇ ਵੱਜਦੇ, ਬੜੀ ਬੜੀ ਆਵਾਜ਼ ਕਰਦੇ ਹਨ। ਉਤਸ਼ਾਹ ਸੋ ਸਜਤ ਸੁਨ ਸੂਰਮਾ ਉਮਹਾਹੀ। ਜਦੋਂ ਨਗਾਰੇ ਵੱਜਦੇ ਨੇ, ਸੂਰਮਿਆਂ ਵਿੱਚ ਉਤਸ਼ਾਹ ਪੈਦਾ ਹੁੰਦਾ, ਵੀਰ ਰਸ ਪੈਦਾ ਹੁੰਦਾ, ਅਣਖ ਜਾਗਦੀ ਹੈ, ਗੈਰਤ ਪੈਦਾ ਹੁੰਦੀ। ਐਸੀ ਮਹਾਰਾਜ ਦਾਤ ਬਖਸ਼ਿਸ਼ ਕਰਨ ਵਾਲੇ ਹਨ। ਚੀਤੇ ਅਰ ਬਾਜ ਸਵਨ ਸ਼ਿਕਰੇ ਲੈ ਸੰਗ ਘਨੇ। ਮਹਾਰਾਜ ਜੀ ਸ਼ਿਕਾਰ ਕਰਨ ਵਾਸਤੇ ਚੀਤਿਆਂ ਦਾ ਸ਼ਿਕਾਰ ਹੁੰਦਾ। ਨਾਲ ਮਹਾਰਾਜ ਬਾਜ ਤੇ ਸ਼ਿਕਾਰੀ ਕੁੱਤੇ ਵੀ ਲੈ ਕੇ ਜਾਂਦੇ। ਬਾਜ ਦੇ ਨਾਲ ਸ਼ਿਕਾਰ ਹੁੰਦਾ ਜਾਨਵਰਾਂ ਦਾ, ਤੇ ਇਹ ਜਿਹੜੇ ਸ਼ਿਕਾਰੀ ਕੁੱਤੇ ਨੇ, ਇਹਨਾਂ ਨਾਲ ਵੀ ਸ਼ਿਕਾਰ ਕੀਤੇ ਜਾਂਦੇ ਹਨ। ਅਨੇ ਮ੍ਰਿਗ ਸਸੇ ਕੋਲ ਜਾਨ ਦੇ ਨਾ ਤਾਹਾਂ ਹੀ। ਕਹਿਣ ਲੱਗੇ ਅਨੇਕ ਤਰ੍ਹਾਂ ਦੇ ਹਿਰਨ ਜਿਹੜੇ ਨੇ, ਉਹ ਵੀ ਅਨੇਕ ਤਰ੍ਹਾਂ ਦੇ ਖਰਗੋਸ਼ ਜਿਹੜੇ ਨੇ, ਸ਼ਿਕਾਰੀ ਕੁੱਤਿਆਂ ਕੋਲੋਂ, ਬਾਜਾਂ ਦੇ ਕੋਲੋਂ ਉਹਨਾਂ ਦੇ ਸ਼ਿਕਾਰ ਕਰਵਾਏ ਜਾਂਦੇ। ਤੇ ਕੋਲ ਤੋਂ ਭਾਵ ਹੁੰਦਾ ਗੁਰਮੁਖੋ, ਜਿਸ ਨੂੰ ਕਿਹਾ ਜਾਂਦਾ ਹੈ ਜੰਗਲੀ ਸੂਰ, ਉਹਨਾਂ ਦਾ ਵੀ ਸ਼ਿਕਾਰ ਕੀਤਾ ਜਾਂਦਾ ਹੈ। ਜਿਹੜਾ ਨਿਗਾਹ ਪੈ ਜਾਂਦਾ ਉਹ ਫਿਰ ਜਾ ਨਹੀਂ ਸਕਦਾ ਹੈ। ਦੂਜਨ ਕੀ ਛਾਤੀ ਦਰ ਸੱਜਣ ਕੋ ਮੋਦ ਕਰ। ਸਤਿਗੁਰੂ ਪਾਤਸ਼ਾਹ ਜੀ ਦੁਸ਼ਮਣਾਂ ਦੀ ਛਾਤੀ ਨੂੰ ਦਲ ਕੇ ਆਉਂਦੇ ਨੇ, ਦਬਾ ਕੇ ਆਉਂਦੇ ਵੀ ਆ ਅਸੀਂ ਆਏ ਬੈਠੇ ਜੇ ਸ਼ਿਕਾਰ ਕਰ। ਜਿਹੜੇ ਦੂਜੇ ਨੇ ਨਾ ਦੁਸ਼ਟ, ਉਹਨਾਂ ਦੀ ਛਾਤੀ ਨੂੰ ਦਲ ਕੇ ਜਿਹੜੇ ਸੱਜਣ ਨੇ ਉਹਨਾਂ ਨੂੰ ਆਨੰਦ ਦੇ ਕੇ ਆਉਂਦੇ ਹਨ। ਚੋਰ ਠੱਗ ਪ੍ਰਾਨ ਹਰ ਨੀਤ ਨਿਰਬਾਹਾ। ਜਿਹੜੇ ਚੋਰ ਤੇ ਠੱਗ ਨੇ ਉਹਨਾਂ ਨੂੰ ਭਾਰੀ ਸਜ਼ਾਵਾਂ ਮਹਾਰਾਜ ਬਖਸ਼ਿਸ਼ ਕਰਦੇ, ਅਤੇ ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਦੀ ਮਹਾਰਾਜ ਰੱਖਿਆ ਕਰਦੇ ਹਨ। ਸਤਿਗੁਰ ਬਿਨਾ ਦਲ ਚੜ੍ਹੈ ਬਹੁ ਧਾਰ ਬਲ। ਸਤਿਗੁਰੂ ਤੋਂ ਬਿਨਾ ਕਹਿਣ ਲੱਗੇ ਫੌਜ ਜਿਹੜੀ ਹੈ ਉਹ ਬਲ ਧਾਰ ਕੇ ਜਿਵੇਂ ਚੜ੍ਹਦੀ ਹੈ। ਕਹਲੂਰ ਗ੍ਰਾਮਨ ਮੈਂ ਤਰਾਸ ਉਪਜਾਵੇ। ਜਦੋਂ ਮਹਾਰਾਜ ਦੇ ਸੂਰਮੇ ਚੜ੍ਹਦੇ ਨਾ, ਕਹਿਣ ਲੱਗੇ ਕਹਿਲੂਰ ਰਿਆਸਤ ਵਿੱਚ ਡਰ ਪੈਦਾ ਹੋ ਜਾਂਦਾ ਵੀ ਮਹਾਰਾਜ ਦੇ ਸੂਰਮੇ ਆ ਗਿਆ। ਮਿਲੇ ਭੇਟ ਦੇ ਤਾਂ ਕਿ ਰੱਖਕ ਬਣਾਏ ਸਭ। ਉਸ ਵੇਲੇ ਸਤਿਗੁਰੂ ਜੀ ਨੂੰ ਸੰਗਤਾਂ ਜਿਹੜੀਆਂ ਨੇ ਭੇਟਾਵਾਂ ਅਰਪਣ ਕਰਦੀਆਂ, ਮੱਥਾ ਟੇਕਦੀਆਂ ਨੇ, ਨਮਸਕਾਰਾਂ ਕਰਦੇ ਹਨ। ਬੇਮੁਖ ਕੋ ਲੂਟ ਲਹਿ ਮਾਨ ਬਿਨ ਸਾਵਈ। ਜਿਹੜਾ ਤੇ ਸ਼ਰਨ ਆਉਂਦਾ ਹੈ ਗੁਰੂ ਪਾਤਸ਼ਾਹ ਉਹਦੀ ਰੱਖਿਆ ਕਰਦੇ। ਜਿਹੜਾ ਕੋਈ ਬੇਮੁਖ ਹੁੰਦਾ ਨਾ, ਕੋਈ ਚੋਰ ਲੁਟੇਰਾ, ਕੋਈ ਠੱਗ, ਕੋਈ ਦਗੇਬਾਜ਼, ਉਹਨੂੰ ਫਿਰ ਭਾਰੀ ਸਜ਼ਾ ਵੀ ਮਿਲਦੀ ਹੈ। ਅਨ ਬ੍ਰਿੰਦ ਸ਼ੀਨੈ ਅਜ਼ਾ ਪੂਤ ਜਿਤ ਚੀਨੈ ਲੇਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੇ ਕੋਈ ਪਾਪ ਕਰਦੇ ਦੁਸ਼ਟ, ਉਹਨਾਂ ਨੂੰ ਫਿਰ ਸਜ਼ਾ ਦੇਣ ਵਾਸਤੇ ਉਹਨਾਂ ਦਾ ਸਮਾਨ ਵੀ ਖੋਲਿਆ ਜਾਂਦਾ, ਐਸੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਦੂਧ ਦਧ ਬਾਸਨ ਅਵਾਸਨ ਉਠਾਵਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਆਖੇ ਨਹੀਂ ਲੱਗਦੇ, ਹੁਕਮ ਵਿੱਚ ਨਹੀਂ ਰਹਿੰਦੇ, ਜਿਹੜੇ ਭਾਰੀ ਚੋਰ ਨੇ, ਭਾਰੀ ਠੱਗ ਨੇ, ਉਹਨਾਂ ਨੂੰ ਸਜ਼ਾ ਵੀ ਦਿੰਦੇ ਹਨ। ਸੰਚੈ ਘਾਸ ਲੇਤ ਬੋਲੇ ਮੂਡ ਕੋ ਝਿਰਕ ਦੇਤ। ਕਹਿਣ ਲੱਗੇ ਮਹਾਰਾਜ ਦੇ ਸੂਰਮੇ ਘਾਹ ਲੈਣ ਵਾਸਤੇ ਜਾਂਦੇ ਪਹਾੜਾਂ ਦੇ ਵਿੱਚ, ਤੇ ਕੁਝ ਲੋਕ ਜਿਹੜੇ ਜੰਗਲ ਦੇ ਵਿੱਚ ਰਹਿਣ ਵਾਲੇ, ਪਹਾੜਾਂ ਵਿੱਚ ਰਹਿਣ ਵਾਲੇ, ਉੱਥੋਂ ਦੇ ਆਪਣੇ ਆਪ ਨੂੰ ਅਖਵਾਉਂਦੇ ਚੌਧਰੀ, ਤੇ ਉਹ ਹੁਕਮ ਮਾਰਨਾ ਚਾਹੁੰਦੇ, ਡਰਾਉਣਾ ਚਾਹੁੰਦੇ। ਫਿਰ ਮਹਾਰਾਜ ਦੇ ਸੂਰਮੇ ਉਹਨਾਂ ਨੂੰ ਨਿੱਕੀ ਮੋਟੀ ਸਜ਼ਾ ਦਿੰਦੇ।
ਸਜ਼ਾ ਦੇ ਕੇ ਝਿੜਕੇ ਫਿਰ ਉਹਨਾਂ ਨੂੰ ਸਮਝਾ ਕੇ ਘਾਹ ਲੈ ਕੇ ਆਉਂਦੇ ਹਨ। ਮਾਰ ਕੂਟਨੀਤ ਹੋਤ ਜਤਰ ਤਤਰ ਜਾਵਈ, ਕਹਿਣ ਲੱਗੇ ਜਿੱਧਰ ਵੀ ਜਾਂਦੇ ਨੇ ਖਾਲਸਾ ਆਪਣੀ ਛਾਪ ਛੱਡਦਾ ਜਾਂਦਾ ਹੈ। ਗ੍ਰਾਮਨ ਕੇ ਨਰ ਇਮ ਧਾਮਨ ਕੇ ਦੁਖ ਭਰ, ਇਸ ਤਰ੍ਹਾਂ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਵਿੱਚ ਜਿਹੜੇ ਲੋਕ ਪਾਪ ਕਰਨ ਵਾਲੇ ਉਹਨਾਂ ਨੂੰ ਦੁੱਖ ਦੀ ਸਜ਼ਾ ਮਿਲਦੀ ਹੈ। ਨਾਹਿਨ ਆਰਾਮ ਪਾਏ ਜਾਤ ਹੈ ਪੁਕਾਰ ਕੋ, ਤੇ ਫਿਰ ਜਦੋਂ ਪਾਪੀਆਂ ਨੂੰ ਸਜ਼ਾ ਮਿਲਦੀ ਹੈ, ਇਹਨਾਂ ਦੁਸ਼ਟਾਂ ਦੇ ਤਾਲੁਕਾਤ ਅੱਗੇ ਸਰਕਾਰਾਂ ਨਾਲ ਹੁੰਦੇ, ਰਾਜਿਆਂ ਨਾਲ ਹੁੰਦੇ, ਇਹ ਫਿਰ ਜਾ ਕੇ ਉੱਥੇ ਪੁਕਾਰਾਂ ਕਰਦੇ ਹਨ। ਉੱਚੇ ਮੁਖ ਗਾਵੈ ਰਾਜੇ ਕੋ ਸੁਨਾਵੈ ਕੂਕ, ਇਹ ਫਿਰ ਕੂਕ ਕੇ ਆਪਣੇ ਰਾਜੇ ਨੂੰ ਜਾ ਕੇ ਸੁਣਾਉਂਦੇ ਹਨ। ਲੇਤ ਨਿਤ ਮਾਮਲਾ ਨਾ ਹੋਏ ਰਖਵਾਰ ਕੋ, ਤੇ ਉਸ ਵੇਲੇ ਜਾ ਕੇ ਆਖਦੇ ਵੀ ਸਾਡੇ ਕੋਲੋਂ ਮਾਮਲਾ ਤੇ ਰਾਜਨ ਤੁਸੀਂ ਲੈਂਦੇ ਹੋ, ਸਾਡੀ ਰੱਖਿਆ ਤੁਸੀਂ ਕੋਈ ਨਹੀਂ ਕਰਦੇ। ਇਸ ਤਰ੍ਹਾਂ ਉੱਥੋਂ ਦੇ ਲੋਕ ਜਿਹੜੇ ਰਾਜਿਆਂ ਨੂੰ ਜਾ ਕੇ ਆਖਦੇ ਹਨ। ਗੁਰੂ ਦਲ ਆਵੈ ਬੜ ਦੂੰਦ ਕੋ ਉਠਾਵੈ ਦੇਸ਼, ਮਹਾਰਾਜ ਦੇ ਸੂਰਮੇ ਆਉਂਦੇ ਨੇ, ਬਹੁਤ ਨਗਾਰੇ ਵੱਜਦੇ ਨੇ, ਬੜਾ ਦੁੰਦਬ ਤੋਂ ਭਾਵ ਨਗਾਰਾ ਵੱਜਦਾ ਹੈ ਤੇ ਨਗਾਰੇ ਤੋਂ ਬਹੁਤ ਜ਼ਿਆਦੀ ਆਵਾਜ਼ ਹੁੰਦੀ ਹੈ। ਲੂਟ ਕੋ ਮਚਾਵੈ ਫਿਰ ਹੀਰੈ ਘਰ ਵਾਰ ਕੋ, ਅਤੇ ਫਿਰ ਸਾਡਿਆਂ ਘਰਾਂ ਨੂੰ ਲੁੱਟ ਲੈਂਦੇ ਅਤੇ ਘਰ-ਬਾਰ ਨੂੰ ਇਸ ਤਰ੍ਹਾਂ ਸਜ਼ਾ ਦਿੰਦੇ ਹਨ। ਕਾਸਹੁ ਨ ਸ਼ੋਰੈ ਦੂਧ ਦਦ ਘੋਂ ਕੋਟੋਰੈ, ਕਹਿਣ ਲੱਗੇ ਵੀ ਸਾਡੇ ਘਰਾਂ ਵਿੱਚ ਆਉਂਦੇ ਨੇ, ਦੁੱਧ ਪੀ ਜਾਂਦੇ ਨੇ, ਦਹੀਂ ਖਾ ਜਾਂਦੇ ਹਨ। ਬਹੁ ਬਾਸਨ ਕੋ ਫੁਰੈ ਤਰਾਸ ਦੇਤ ਨਰ ਨਾਰ ਕੋ, ਅਤੇ ਸਾਡੇ ਜਿਹੜੇ ਉਬਲੇ ਹੋਏ ਦਹੀਂ, ਉਬਲੇ ਹੋਏ ਦੁੱਧ ਕਾੜਨੀਆਂ ਵਿੱਚ ਪਏ ਹੋਏ, ਉਹਨਾਂ ਕਾੜਨੀਆਂ ਦੇ ਦੁੱਧ ਜਿਹੜੇ ਨੇ ਸਮੇਤ ਮਲਾਈ ਦੇ ਛਕ ਜਾਂਦੇ ਹਨ। ਸੁਨੈ ਭੀਮ ਚੰਦ ਗਨ ਸੈਲ ਕੋ ਨਿਰੰਦ, ਕਹਿਣ ਲੱਗੇ ਭੀਮ ਚੰਦ ਰਾਜਾ ਜਿਹੜਾ ਇੱਥੋਂ ਦਾ ਮਾਲਕ ਹੈ ਰਿਆਸਤ ਦਾ, ਆਪਣੀ ਪ੍ਰਜਾ ਦੀ ਉਹ ਬੇਨਤੀ ਸੁਣਦਾ ਹੈ। ਮਹਾਂਪ੍ਰਭ ਕੋ ਬਿਲੰਦ ਜਾਨ ਧਾਰੈ ਮੁਖ ਮੌਨ ਕੋ, ਪ੍ਰਭ ਕੋ ਬੁਲੰਦ ਜਾਣ ਧਾਰੈ ਮੁਖ ਮੌਨ ਕੋ, ਸਤਿਗੁਰਾਂ ਨੂੰ ਵੱਡਾ ਜਾਣ ਕੇ ਨਾ, ਤਾਕਤ ਵਾਲਾ ਜਾਣ। ਉਹਨੇ ਹੁਣੇ ਹੀ ਤਾਕਤ ਵੇਖ ਲਈ ਹੈ ਨਾ, ਥੋੜਾ ਸਮਾਂ ਪਹਿਲਾਂ ਪੌਂਟਾ ਸਾਹਿਬ ਦਾ ਜੰਗ ਕਰਕੇ ਬਲ ਵੇਖ ਲਿਆ, ਇਸ ਕਰਕੇ ਕੁਝ ਕਹਿ ਨਹੀਂ ਪਾਉਂਦਾ, ਡਰ ਕੇ ਚੁੱਪ ਹੋ ਜਾਂਦਾ ਹੈ। ਪ੍ਰਜਾ ਦੁਖ ਪਾਵੈ ਬਾਰ ਬਾਰ ਹੀ ਸੁਨਾਵੈ ਕੂਕ, ਇਸ ਤਰ੍ਹਾਂ ਜਿਹੜੀ ਪ੍ਰਜਾ ਹੈ, ਪ੍ਰਜਾ ਤੋਂ ਭਾਵ ਇਹ ਨਹੀਂ ਲੈ ਲੈਣਾ ਜਿਹੜੇ ਆਪ ਪਿੰਡਾਂ ਦੇ ਲੋਕ ਨੇ। ਪ੍ਰਜਾ ਤੋਂ ਭਾਵ ਇਹ ਹੈ ਜਿਹੜੇ ਚੋਰ, ਲੁਟੇਰੇ, ਡਾਕੂ, ਜਿਨ੍ਹਾਂ ਨੂੰ ਮਾਫੀਆ ਕਿਹਾ ਜਾਂਦਾ, ਐਸੇ ਲੋਕ ਜਿਹੜੀ ਬੜੀ ਆਕੜ ਰੱਖਦੇ ਨੇ ਤੇ ਆਮ ਗਰੀਬ ਲੋਕਾਂ ਨੂੰ ਤੰਗ ਕਰਦੇ। ਮਹਾਰਾਜ ਦਾ ਖਾਲਸਾ ਉਹਨਾਂ ਦੇ ਜਾ ਕੇ ਸਿਰ ਭੰਨਦਾ, ਆਕੜ ਫਾਕੜ ਵਾਲਿਆਂ, ਚੌਧਰੀਆਂ ਦੇ, ਨੰਬਰਦਾਰਾਂ ਦੇ, ਜਿਹੜੇ ਗਰੀਬ ਨੂੰ ਦੁੱਖ ਦਿੰਦੇ ਪਏ, ਉਹਨਾਂ ਦਾ ਜਾ ਕੇ ਸਿਰ ਨੱਪਿਆ ਜਾਂਦਾ ਵੀ ਹਾਂ ਦੱਸ ਭਾਈ ਕੀ ਕਰਨਾ ਹੁਣ। ਉਹ ਫਿਰ ਜਿਹੜੇ ਚੌਧਰੀ ਹੁੰਦੇ ਇਲਾਕਿਆਂ ਦੇ, ਨੰਬਰਦਾਰ, ਉਹ ਫਿਰ ਜਾ ਕੇ ਰਾਜੇ ਨੂੰ ਦੱਸਦੇ ਵੀ ਰਾਜਨ ਅਸੀਂ ਇਹ ਚੋਰੀ ਲੁੱਟ ਖੋਹ ਵਿੱਚੋਂ ਤੈਨੂੰ ਵੀ ਲਿਆ ਕੇ ਦਿੰਦੇ ਆ, ਤੂੰ ਵੀ ਸਾਡੇ ਨਾਲ ਹੀ ਹੈ, ਪਰ ਸਾਡਾ ਹੁਣ ਪੂਰਾ ਦਾਅ ਲੱਗਦਾ ਨਹੀਂ ਹੈ। ਇਸ ਤਰ੍ਹਾਂ ਫਰਿਆਦਾਂ ਕਰਦੇ ਹਨ। ਕਿਉਂ ਨਾ ਸੁਣੈ ਭੂਪ ਕੀਨੋ ਦੇਸ਼ ਨਿਆਏ ਆਉਨ ਕੋ, ਕਹਿਣ ਲੱਗੇ ਉਸ ਵੇਲੇ ਰਾਜੇ ਨੂੰ ਜਾ ਕੇ ਉਹ ਜਿਹੜੇ ਚੌਧਰੀ ਨੇ, ਨੰਬਰਦਾਰ ਨੇ, ਇਲਾਕੇ ਦੇ ਮੋਹਤਬਾਰ ਨੇ, ਜਿਨ੍ਹਾਂ ਨੂੰ ਹੁਣ ਆਦਤ ਪੈ ਗਈ ਹੈ ਗਰੀਬ ਦੇ ਉੱਪਰ ਰੋਹ ਪਾਉਣ ਦੀ, ਗਰੀਬ ਨੂੰ ਝਿੜਕਣ ਦੀ, ਗਰੀਬ ਦਾ ਖੋਹ ਕੇ ਖਾਣ ਦੀ, ਹੁਣ ਗੁਰੂ ਖਾਲਸਾ ਜਾ ਕੇ ਗਰੀਬਾਂ ਦੀ ਮਦਦ ਕਰਦਾ ਹੈ, ਉਹਨਾਂ ਨੂੰ ਹੁਣ ਮਿਲਦਾ ਨਹੀਂ ਹੈ ਉੱਪਰਲਾ